गुरु साहिब जियो जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा हाओ करी बख्यान ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी डंडौत बंधन अनिक बार सर्व कला समरथ डोलन ते राखो प्रभु नानक दे कर हथ सतनाम धन वाहे गुरु साहिब जियो श्लोक महला पहला मुसलमाना सिफत शरीयत पढ़ पढ़ करहें विचार बंदे से जे पवहें विच बंदी वेखण को दीदार हिंदू सालाही सालाहन दर्शन रूप अपार तीर्थ नावह अर्चा पूजा अगर वास बहकार जोगी सुन त्यावन जेते अलख नाम करतार सूखम मूर्त नाम निरंजन काया का आकार सतिया मन संतोख उपजै देने कै विचार दे दे मंगह सहसा गुणा शोभ करे संसार चोरा जारा तै कूड़ियारा खाराबा वेकार इक होंदा खाए चलह ऐ थाओ तिना पेकाई कार जल थल जिया पुरिया लोआ आकारा आकार ओए जे आखें सो तो है जान है तिना पे तेरी सार
ਨਾਨਕ ਭਗਤਾਂ ਭੁਖ ਸਾਲਾਹਣ, ਸਚ ਨਾਮ ਆਧਾਰ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਛਾਰ। ਨਾਨਕ ਭਗਤਾਂ ਭੁਖ ਸਾਲਾਹਣ, ਸਚ ਨਾਮ ਆਧਾਰ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਛਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਦਾਸ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਅਰਜ਼ ਜ਼ਰੂਰ ਕਰ ਦੇਵੇ। ਆਪ ਰੋਜ਼ਾਨਾ PTC ਚੈਨਲ ਤੇ ਜਿੱਥੇ ਲਾਈਵ ਕਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਤੋਂ ਸਰਵਣ ਕਰਦੇ ਹੋ, ਉਸ ਤੋਂ ਬਾਅਦ ਐਪੀਸੋਡ ਜੋ ਦਾਸ ਵੱਲੋਂ ਗੁਰੂ ਕਿਰਪਾ ਨਾਲ ਕਥਾ ਰਿਕਾਰਡ ਕਰਾਈ ਜਾਂਦੀ ਹੈ, ਉਸ ਨੂੰ ਸੰਗਤ ਸਰਵਣ ਕਰਦੀ ਹੈ। ਪਰ ਉਹ ਕਥਾ ਵਿਚਾਰ ਕੋਈ ਇੱਕ ਲੜੀਵਾਰ ਸਬਜੈਕਟ ਨਹੀਂ ਸੀ ਹੁੰਦਾ। ਵੱਖ-ਵੱਖ ਥਾਵਾਂ ਤੇ ਜੋ ਬੋਲਿਆ ਜਾਣਾ, ਉਹਦੇ ਉਹਨਾਂ ਨੇ ਐਪੀਸੋਡ ਬਣਾ ਕੇ ਚਲਾ ਦੇਣੇ। ਪਰ ਪਿਛਲੇ ਕੁਝ ਮਹੀਨਿਆਂ ਤੋਂ ਖਾਸ ਕਰ PTC ਚੈਨਲ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਇਹ ਸਲਾਹ ਕੀਤੀ ਗਈ ਕਿ ਕੋਈ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਜਾਏ, ਕਿਉਂਕਿ ਕਈ ਵਾਰੀ ਜਦੋਂ ਅਸੀਂ ਵੱਖ-ਵੱਖ ਥਾਵਾਂ ਤੇ ਕਥਾ ਕਰਨੇ ਆ, ਉਹ ਸਬਜੈਕਟ ਰਿਪੀਟ ਵੀ ਹੋ ਜਾਂਦਾ ਹੈ। ਫਿਰ ਉਹ ਸੁਣਨ ਵਾਲੇ ਨੂੰ ਵੀ ਕੁਝ ਹੋਰ ਤਰ੍ਹਾਂ ਲੱਗਦਾ ਹੈ। ਫਿਰ ਮਨ 'ਚ ਆਇਆ ਵੀ ਆਸਾਂ ਕੀ ਵਾਰ ਰੋਜ਼ਾਨਾ ਹਰਿਮੰਦਰ ਸਾਹਿਬ ਤੋਂ ਕੀਰਤਨ ਹੁੰਦਾ ਹੈ। ਆਮ ਗੁਰੂ ਘਰਾਂ ਵਿੱਚ ਇਤਿਹਾਸਕ ਅਸਥਾਨਾਂ ਤੇ ਵੀ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ। ਕਿਤਨਾ ਚੰਗਾ ਹੋਵੇ ਜੇ ਆਸਾ ਕੀ ਵਾਰ ਦੀ ਲੜੀਵਾਰ ਕਥਾ ਵਿਚਾਰ ਔਰ ਅੱਖਰੀ ਅਰਥ ਜਿਹੜੇ ਨੇ ਉਹ ਸੰਗਤ ਨਾਲ ਸਾਂਝੇ ਕੀਤੇ ਜਾਣ। ਪਰ ਅਗਲੀ ਇੱਕ ਸਮੱਸਿਆ ਸੀ, ਕਿਉਂਕਿ ਇੱਕ ਜਗ੍ਹਾ ਨਿਰੰਤਰ ਮੈਂ ਬੈਠ ਨਹੀਂ ਸਕਦਾ। ਅੱਜ ਇੱਥੇ, ਕੱਲ ਇੱਥੇ, ਕਿਤੇ ਪਰਸੋਂ ਫਿਰ ਕਿਤੇ। ਫਿਰ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਜਿੱਥੇ 2, 3, 4 ਦੀਵਾਨ ਲਗਾਤਾਰ ਹੋਣ, ਉੱਥੇ ਨਾਲ ਨਾਲ ਆਸਾ ਕੀ ਵਾਰ ਦੀ ਲੜੀਵਾਰ ਕਥਾ ਜਿਹੜੀ ਹੈ ਉਹਨਾਂ ਥਾਵਾਂ ਤੇ ਹੁੰਦੀ ਰਹੇ। ਦਾਸ ਪਿਛਲੇ ਦਿਨੀ ਨਿਊਜ਼ੀਲੈਂਡ ਸੀ, ਚੈਨਲ ਵੱਲੋਂ ਉੱਥੇ ਵੀ ਜਾ ਕੇ ਆਸਾ ਕੀ ਵਾਰ ਹੀ ਰਿਕਾਰਡ ਕੀਤੀ ਗਈ। ਅੱਜ ਜਿਹੜੀ ਲੜੀ ਤੇ ਜਿਨ੍ਹਾਂ ਅੰਮ੍ਰਿਤ ਬਚਨਾਂ ਤੇ ਅਸੀਂ ਲੜੀਵਾਰ ਵਿਚਾਰ ਕਰਦੇ ਪਹੁੰਚ ਰਹੇ ਹਾਂ, ਅੱਜ ਆਪ ਨੇ 6ਵੀਂ ਪੌੜੀ ਨਾਲ ਹਜ਼ੂਰ ਦਾ ਜੋ ਸ਼ਲੋਕ ਦਰਜ ਹੈ, ਪੌੜੀ 6ਵੀਂ ਹੈ ਆਸਾ ਕੀ ਵਾਰ ਦੀ, ਤੇ ਇਸ ਦੇ ਨਾਲ 2 ਸ਼ਲੋਕ ਦਰਜ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ। ਪਹਿਲੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਉਸ ਤੋਂ ਅਗਲੇ ਸ਼ਲੋਕ ਦੀ ਵਿਚਾਰ ਜਿਉਂ-ਜਿਉਂ ਇਹ ਸ਼ਲੋਕ ਵਿਚਾਰੇ ਜਾਣਗੇ,
ਉਹ ਆਪ ਸੰਗਤ ਨਾਲ ਜ਼ਰੂਰ ਸਾਂਝ ਪਾਈ ਜਾਏਗੀ। ਮੈਂ ਆਰੰਭ 'ਚ ਚਾਂ ਬੇਨਤੀ ਕੀਤੀ, ਇਸ ਵਾਰ ਕੋਈ ਇਤਿਹਾਸਕ ਤੱਥ ਨਹੀਂ, ਕੋਈ ਇਤਿਹਾਸ ਦੇ ਘਟਨਾਕ੍ਰਮ ਦੀ ਕਥਾ ਨਹੀਂ, ਸਿਰਫ ਮੇਰੀ ਇੱਕ ਬੇਨਤੀ ਹੈ। ਮੈਂ ਇਤਿਹਾਸਕ ਸਾਖੀ ਸੁਣਾਵਾਂਗਾ, ਆਪ ਤਵੱਜੋ ਦੇ ਕੇ ਬੜੇ ਧਿਆਨ ਦੇ ਨਾਲ ਉਸ ਸਾਖੀ ਨੂੰ ਸਰਵਣ ਕਰ ਲਓਗੇ। ਪਰ ਸੱਚ ਇਹ ਜੇ ਗੁਰੂ ਕੇ ਸਿੱਖੋ, ਜੋ ਕੁਝ ਅਸੀਂ ਸਿੱਖਣਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਸਾਨੂੰ ਮਿਲਣਾ ਹੈ। ਇਤਿਹਾਸ ਤਾਂ ਸ਼ਬਦ ਦੀ ਇੱਕ ਵਿਆਖਿਆ ਹੈ। ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਦੀ 6ਵੀਂ ਪੌੜੀ ਨਾਲ ਜੋ ਪਹਿਲਾ ਸ਼ਲੋਕ ਹੈ, ਇਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਉਪਸਥਿਤ ਹੋ, ਮੈਂ ਅਰਜ਼ ਕਰਾਂਗਾ ਕਿ ਤੁਸੀਂ ਟੇਕ ਕੇ ਮੈਨੂੰ ਆਸੀਸ ਬਖਸ਼ੋ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸ ਹੈ ਜੀਓ। ਸੰਗਤ ਵਿੱਚ ਆਪ ਪਾਰ ਬ੍ਰਹਮ ਪਰਮੇਸ਼ਵਰ ਵਸਦਾ ਹੈ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਆਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੋ ਅੰਮ੍ਰਿਤ ਸ਼ਲੋਕ ਆਪ ਜੀ ਨੇ ਸਰਵਣ ਕੀਤਾ, ਇੱਕ ਤਾਂ ਇਹ ਗੱਲ ਅਸੀਂ ਯਾਦ ਰੱਖੀਏ, ਜਦੋਂ ਸਤਿਗੁਰੂ ਕਿਸੇ ਦੂਸਰੇ ਮਤ ਦੀ ਗੱਲ ਕਰਦੇ ਨੇ ਤੇ ਅਕਸਰ ਉਸ ਮਤ ਦਾ ਜ਼ਿਕਰ, ਉਹਦੇ ਸਿਧਾਂਤਾਂ ਦਾ ਜ਼ਿਕਰ ਆਰੰਭ ਵਿੱਚ ਕਰ ਦੇਣਗੇ। ਫਿਰ ਜਦੋਂ ਉਸ ਸ਼ਬਦ ਦੇ ਅਖੀਰ ਤੇ ਆਪਾਂ ਜਾਵਾਂਗੇ ਤੇ ਗੁਰੂ ਸਾਹਿਬ ਫਿਰ ਆਪਣਾ ਮਤ ਗੁਰਮਤ ਕੀ ਕਹਿੰਦੀ ਹੈ, ਉਹ ਅਖੀਰਲੀਆਂ ਤੁਕਾਂ ਵਿੱਚ ਕਈ ਵਾਰੀ ਮਹਾਰਾਜ ਬਿਆਨ ਕਰਦੇ ਨੇ। ਜਿਵੇਂ ਇਸ ਸ਼ਲੋਕ ਵਿੱਚ ਪਹਿਲਾਂ ਮੁਸਲਮਾਨਾਂ ਸ਼ਬਦ ਆਇਆ, ਉਸ ਤੋਂ ਬਾਅਦ ਹਿੰਦੂ ਸ਼ਬਦ ਆਇਆ, ਤੀਸਰਾ ਸ਼ਬਦ ਜੋਗੀ ਆਇਆ। ਇਹਨਾਂ ਤਿੰਨਾਂ ਦਾ ਜ਼ਿਕਰ ਕਰਨ ਤੋਂ ਬਾਅਦ ਚੌਥਾ ਸ਼ਬਦ ਸਤੀਆਂ ਦਾਨੀਆਂ ਦਾ ਆਇਆ। ਇਹਨਾਂ ਚਾਰਾਂ ਦੇ ਜ਼ਿਕਰ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਜਿਹੜਾ ਪੰਜਵਾਂ ਸ਼ਬਦ ਲਿਆ ਹੈ, ਉਸ ਵਿੱਚ ਧਰਮ ਦੇ ਬਿਲਕੁਲ ਜਿਹੜੇ ਵਿਪਰੀਤ ਨੇ, ਉਹਨਾਂ ਵਿੱਚ ਚੋਰ ਨੇ, ਉਹਨਾਂ ਵਿੱਚ ਵਿਚਾਰੀ ਨੇ, ਉਹਦਾਂ ਵਿੱਚ ਝੂਠ ਬੋਲਣ ਵਾਲੇ ਨੇ, ਉਹਦੇ ਵਿੱਚ ਖਰਾਬੀਆਂ ਪੈਦਾ ਕਰਨ ਵਾਲੇ, ਮਾੜੀਆਂ ਕਰਮ ਕਰਤੂਤਾਂ ਕਰਨ ਵਾਲੇ, ਫਿਰ ਉਹਨਾਂ ਦਾ ਜ਼ਿਕਰ ਕੀਤਾ ਗਿਆ। ਉਸ ਤੋਂ ਬਾਅਦ ਸਤਿਗੁਰਾਂ ਨੇ ਇਸ ਦ੍ਰਿਸ਼ਟਮਾਨ ਵਿੱਚ ਜੋ ਕੁਝ ਪਰਮਾਤਮ ਦੇਵ ਨੇ ਸਿਰਜਿਆ, ਉਸ ਦਾ ਜ਼ਿਕਰ ਕੀਤਾ ਹੈ। ਅੰਤ ਤੇ ਫਿਰ ਸਤਿਗੁਰਾਂ ਨੇ ਆਪਣਾ ਸਿਧਾਂਤ ਦੱਸਿਆ ਕਿ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਇਹ ਕੁਝ ਬੇਨਤੀਆਂ ਨੇ ਆਰੰਭ 'ਚ। ਦੇਖੋ, ਜਿਤਨੇ ਵੀ ਇਸ ਸੰਸਾਰ ਵਿੱਚ ਧਰਮ ਨੇ, ਹਰ ਧਰਮ ਨੇ ਆਪਣੇ ਕੋਈ ਕਾਇਦਾ ਕਾਨੂੰਨ, ਕੋਈ ਅਸੂਲ ਬਣਾਏ ਨੇ। ਉਹਨੂੰ ਅਸੂਲ ਕਹਿ ਲਓ, ਉਹਨੂੰ ਸ਼ਰਾ ਕਹਿ ਲਓ, ਉਹਨੂੰ ਮਰਿਆਦਾ ਸ਼ਬਦ ਕਹਿ ਲਓ, ਜਾਂ ਉਹਨੂੰ ਜੀਵਨ ਜੀਣ ਦੀ ਜੁਗਤੀ ਕਹਿ ਲਓ। ਧਿਆਨ ਨਾਲ ਮੇਰੀ ਬੇਨਤੀ ਸੁਣਿਓ ਤਾਂ ਸਮਝ ਪੈਗੀ ਇਸ ਪੂਰੇ ਸ਼ਲੋਕ ਦੀ, ਕਿਉਂਕਿ ਇਸ ਸ਼ਲੋਕ 'ਚ ਕਿਸੇ ਦੇ ਧਰਮ ਤੇ ਕਟਾਕਸ਼ ਨਹੀਂ ਕੀਤਾ ਗਿਆ। ਅਸਲ 'ਚ ਇਸ ਦੀ ਗਹਿਰਾਈ ਵੀ ਜਾਓਗੇ, ਆਪ ਸਾਰੇ ਸਹਿਮਤ ਹੋਵੇਗੇ ਗੁਰੂ ਨਾਨਕ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਮੈਂ ਫਿਰ ਅਰਜ਼ ਕਰਾਂ, ਜਿੰਨੇ ਵੀ ਸੰਸਾਰ ਵਿੱਚ ਧਰਮ ਨੇ, ਹਰ ਧਰਮ ਦੇ ਆਪੋ ਆਪਣੇ ਅਸੂਲ ਨੇ, ਉਹਨਾਂ ਦੀ ਆਪਣੀ ਆਪੋ ਸ਼ਰ੍ਹਾ ਹੈ, ਆਪਣੀ ਆਪਣੀ ਮਰਿਆਦਾ ਹੈ। ਆਪਣੇ ਆਪਣੇ ਅਨੁਯਾਈਆਂ ਨੂੰ ਜੀਵਨ ਦੀ ਸੇਧ ਦੇਣ ਲਈ, ਜੀਵਨ ਜੀਣ ਦੀ ਢੰਗ ਦੀ ਸੇਧ ਦਿੱਤੀ ਗਈ ਹੈ। ਪਰ ਦੁੱਖ ਇਸ ਚੀਜ਼ ਦਾ ਕਿ ਸਾਰਿਆਂ ਦਾ ਮਕਸਦ ਸਿਰਫ ਇੰਨਾ ਸੀ ਕਿ ਮੂਲ ਸਰੋਤ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੁੜਿਆ ਜਾਏ। ਗੱਲ ਸੁਣੋ, ਪਰ ਹੋਇਆ ਕੀ, ਵਕਤ ਲੰਘੀ ਗਿਆ, ਲੋਕਾਂ ਨੇ ਸ਼ਰ੍ਹਾ ਦੇ ਬਣੇ ਹੋਏ ਕਾਨੂੰਨ ਦੀਆਂ ਗੱਲਾਂ ਜ਼ਰੂਰ ਕੀਤੀਆਂ, ਪਰ ਜਿਸ ਪਰਮਾਤਮਾ ਤੱਕ ਜਾ ਕੇ ਪਹੁੰਚਣਾ ਸੀ, ਉਹਨੂੰ ਆਪਣੇ ਹਿਰਦੇ ਵਿੱਚੋਂ ਵਿਸਾਰ ਦਿੱਤਾ। ਫਿਰ ਬੇਨਤੀ ਸੁਣੋ, ਅਸੂਲ ਕੋਈ ਮਾੜਾ ਨਹੀਂ। ਦਾਸ ਨੇ ਪਿਛਲੇ ਦਿਨੀ ਇਹੀ ਕਥਾ ਵਿਚਾਰ ਕਰਦਿਆਂ ਕਿਹਾ ਸੀ, ਅੱਜ ਸ਼ਬਦ ਆਇਆ ਸ਼ਰੀਅਤ।
ਇਹਨੂੰ ਅਸੀਂ ਸ਼ਰ੍ਹਾ ਕਹਿੰਦੇ ਹਾਂ। ਉਹ ਮੈਂ ਅੱਗੇ ਅਰਜ਼ ਕਰਾਂਗਾ ਸ਼ਰ੍ਹਾ ਕੀ ਹੈ। ਅਸੀਂ ਇੱਕ ਸ਼ਬਦ ਵਰਤਨੇ ਆ ਮਰਿਆਦਾ। ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਇਆ ਹੈ ਮਿਰਜਾਦ। ਇਹ ਰਿਪੀਟ ਹੋਵੇਗੀ ਆਸਾਂ ਕੀ ਵਾਰ ਦੀ ਕਥਾ ਵੀ, ਜਿਹੜੇ ਸਰੋਤੇ ਸੁਣ ਮਹਿਸੂਸ ਨਾ ਕਰਨ ਰਿਕਾਰਡਿੰਗ ਤੋਂ ਬਾਅਦ, ਕਿਉਂਕਿ ਮੈਂ ਅੱਜ ਵੱਖਰੀ ਥਾਂ ਤੇ ਕਥਾ ਕਰਨਾ ਹੈ ਇੱਥੇ। ਮਰਿਆਦਾ ਅਸਲ 'ਚ ਸੰਸਕ੍ਰਿਤ ਦੇ ਮਰੀਆ ਸ਼ਬਦ 'ਚੋਂ ਬਣਿਆ ਹੈ। ਜਿਹੜਾ ਮਰਿਆਦਾ ਲਫ਼ਜ਼ ਹੈ ਇਹ ਸੰਸਕ੍ਰਿਤ ਦੇ ਮਰੀਆ ਸ਼ਬਦ 'ਚੋਂ ਬਣਿਆ। ਹੁਣ ਮਰੀਆ ਦਾ ਅਰਥ ਹੁੰਦਾ ਹੈ ਕਿ ਨਦੀ ਦੇ ਦੋ ਕੰਢੇ, ਨਦੀ ਦੇ ਦੋ ਕਿਨਾਰੇ। ਜਿਵੇਂ ਆਪ ਜੀ ਦੇ ਸਨਮੁਖੇ ਤੇ ਖਾਲ ਵਿੱਚ ਆੜ ਵਿੱਚ ਪਾਣੀ ਚੱਲਦਾ, ਪਰ ਦੋ ਕਿਨਾਰਿਆਂ ਵਿੱਚ ਹੀ ਪਾਣੀ ਚੱਲੇਗਾ ਨਾ। ਜੇ ਨਦੀ ਦੇ ਨਹਿਰ ਦੇ ਖਾਲ ਦੇ ਆੜ ਦੇ ਕਿਨਾਰੇ ਨਹੀਂ ਤੇ ਪਾਣੀ ਕਦੀ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਪਾਣੀ ਉਹੀ ਮੰਜ਼ਿਲ ਤੇ ਪਹੁੰਚੇਗਾ ਜੋ ਕਿਨਾਰਿਆਂ ਵਿੱਚ ਰਹਿ ਕੇ ਚੱਲਦਾ ਹੈ। ਜਿਹਦੇ ਕਿਨਾਰੇ ਕੋਈ ਨਹੀਂ ਉਹ ਪਾਣੀ ਬਿਖਰ ਜਾਏਗਾ, ਉਹ ਮੰਜ਼ਿਲ ਤੱਕ ਨਹੀਂ ਪਹੁੰਚੇਗਾ। ਜਿਵੇਂ ਦਰਿਆ ਦੇ ਨਦੀ ਦੇ ਆੜ ਦੇ ਕਿਨਾਰੇ ਹੋਣ ਤੇ ਪਾਣੀ ਉਹਨਾਂ ਕਿਨਾਰਿਆਂ ਦੇ ਵਿੱਚ ਚੱਲੇ, ਸ਼ਰਤ ਉਹਨਾਂ ਕਿਨਾਰਿਆਂ ਦੇ ਵਿੱਚ ਚੱਲੇ। ਪਰ ਜੇ ਉਹ ਪਾਣੀ ਕਿਨਾਰਿਆਂ ਦੇ ਵਿੱਚ ਰਿਹਾ, ਇੱਕ ਦਿਨ ਮੰਜ਼ਿਲ ਤੇ ਪਹੁੰਚੇਗਾ। ਜੇ ਨਦੀ ਨਹਿਰ ਖਾਲ ਆੜ ਦੇ ਕਿਨਾਰੇ ਹੋਣ ਤੇ ਪਾਣੀ ਟਿਕਾਣੇ ਤੇ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜਿਹੜਾ ਬੰਦਾ ਆਪਣੇ ਧਰਮ ਦੇ ਕਿਨਾਰਿਆਂ ਵਿੱਚ ਦੱਸੇ ਹੋਏ ਅਸੂਲਾਂ ਵਿੱਚ ਰੂਹਾਨੀਅਤ ਕਮਾਉਂਦਾ ਹੈ, ਇੱਕ ਦਿਨ ਉਹ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਂਦਾ ਹੈ। ਪਰ ਗੱਲ ਸੁਣਿਓ ਧਿਆਨ ਨਾਲ, ਜੇ ਕਿਨਾਰੇ ਹੀ ਰਹਿ ਜਾਣ ਤੇ ਵਿੱਚ ਪਾਣੀ ਨਾ ਹੋਵੇ, ਫਿਰ ਕਿਨਾਰਿਆਂ ਨੂੰ ਕੀ ਕਰਾਂਗੇ? ਸਮਝੋ ਇਸ ਨੁਕਤੇ। ਮੰਨ ਲਓ ਇੱਕ ਖਾਲ ਬਣਾ ਦਿੱਤਾ ਹੈ, ਆੜ ਤਿਆਰ ਹੋ ਗਈ। ਆੜ ਤਾਂ ਕਿਨਾਰੇ ਇਸ ਕਰਕੇ ਬਣਾਏ ਵੀ ਪਾਣੀ ਇਹਦੇ ਵਿੱਚ ਚੱਲੇ। ਜੇ ਪਾਣੀ ਹੈ ਹੀ ਨਹੀਂ ਤੇ ਫਿਰ ਉਹਨਾਂ ਕਿਨਾਰਿਆਂ ਨੇ ਸਾਨੂੰ ਕਿੱਥੇ ਲੈ ਜਾਣਾ ਹੈ? ਯਾਦ ਰੱਖਿਓ, ਮਰਿਆਦਾ ਤਾਂ ਇੱਕ ਜ਼ਿੰਦਗੀ ਜੀਣ ਦੇ ਕਿਨਾਰੇ ਨੇ। ਇਹਦੇ ਅੰਦਰ ਸਪਿਰਿਚੁਅਲਿਟੀ ਰੂਹਾਨੀਅਤ ਦਾ ਆਪਾਂ ਪ੍ਰਵਾਹ ਚਲਾਣਾ ਹੈ। ਜੇ ਕੱਲੇ ਲੋਕ ਕਿਨਾਰਿਆਂ ਤੇ ਝਗੜਨ ਲੱਗ ਪੈਣ, ਅੰਦਰ ਵਾਲਾ ਪ੍ਰਵਾਹ ਖਤਮ ਹੋ ਜਾਏ ਤੇ ਮੰਜ਼ਿਲ ਕਦੀ ਬੰਦੇ ਨੂੰ ਮਿਲਦੀ ਨਹੀਂ। ਹੁਣ ਬੇਨਤੀ ਹੈ, ਮੁਸਲਮਾਨਾਂ ਦੀ ਆਪਣੀ ਸ਼ਰ੍ਹਾ ਹੈ, ਹਿੰਦੂ ਵੀਰਾਂ ਦੀ ਆਪਣੀ ਸ਼ਰ੍ਹਾ ਹੈ, ਜੋਗੀਆਂ ਦੇ ਆਪਣੇ ਚਿੰਨ੍ਹ ਨੇ, ਦਾਨੀਆਂ ਦੇ ਆਪਣੇ ਖਿਆਲ ਨੇ। ਫਿਰ ਮੇਰੀ ਬੇਨਤੀ ਸੁਣਿਓ, ਮੈਂ ਇਸ ਗੱਲ ਦੇ ਵਿਰੋਧ 'ਚ ਨਹੀਂ ਕਿ ਸ਼ਰ੍ਹਾ ਨੂੰ ਨਹੀਂ ਮੰਨਣਾ ਚਾਹੀਦਾ। ਕਾਇਦੇ ਕਾਨੂੰਨ ਹਨ। ਇੱਥੋਂ ਤੱਕ ਕੱਲਾ ਇਨਸਾਨੀ ਜ਼ਿੰਦਗੀ ਨਹੀਂ, ਤੁਸੀਂ ਬਾਹਰ ਮੁਕੀ ਸੰਸਾਰ ਨੂੰ ਦੇਖੋ। ਮਰਿਆਦਾ ਤੋਂ ਬਿਨਾਂ ਤਾਂ ਮੁਲਕ ਵੀ ਕੋਈ ਨਹੀਂ ਚੱਲ ਸਕਦਾ। ਆਪਾਂ ਸੜਕ ਤੇ ਸਫ਼ਰ ਕਰਨੇ, ਸਾਡੇ ਦੇਸ਼ ਦਾ ਇੱਕ ਕਾਨੂੰਨ ਹੈ ਕਿ ਅਸੀਂ ਸਫ਼ਰ ਕਰਦਿਆਂ ਖੱਬੇ ਹੱਥ ਚੱਲਣਾ। ਜਦੋਂ ਅਸੀਂ ਅਮਰੀਕਾ ਕੈਨੇਡਾ ਜਾਂਦੇ ਹਾਂ ਤੇ ਉੱਥੋਂ ਦਾ ਕਾਨੂੰਨ ਹੈ ਕਿ ਬੰਦੇ ਨੇ ਸੱਜੇ ਹੱਥ ਚੱਲਣਾ ਹੈ। ਉੱਥੋਂ ਦਾ ਆਪਣਾ ਕਾਇਦਾ ਕਾਨੂੰਨ ਹੈ। ਪਰ ਜੇ ਇੱਥੇ ਕੋਈ ਖੱਬੇ ਚੱਲੇਗਾ, ਸਹੀ ਤਰੀਕੇ ਨਾਲ ਆਪਣੇ ਟਿਕਾਣੇ ਪਹੁੰਚੇਗਾ। ਜੇ ਉੱਥੇ ਸੱਜੇ ਨਾਲ ਕੋਈ ਚੱਲੇਗਾ ਤੇ ਸਹੀ ਤਰੀਕੇ ਨਾਲ ਆਪਣੇ ਟਿਕਾਣੇ ਤੇ ਪਹੁੰਚੇਗਾ। ਉਹ ਆਪੋ ਆਪਣੇ ਕਾਨੂੰਨ ਨੇ। ਪਰ ਕਦੀ ਅਸੀਂ ਅਮਰੀਕਾ ਵਿੱਚ ਖਲੋ ਕੇ ਇੰਡੀਆ ਦੇ ਕਾਨੂੰਨ ਨੂੰ ਨਿੰਦਾਂਗੇ ਕਿ ਉਹ ਤਾਂ ਮੂਰਖ ਲੋਕ, ਉਹਨਾਂ ਨੂੰ ਪਤਾ ਹੀ ਨਹੀਂ ਉਹ ਖੱਬੇ ਚੱਲਦੇ ਨੇ। ਤੇ ਕਦੀ ਉੱਥੋਂ ਦੇ ਮੁਲਕ ਦਾ ਆਇਆ ਹੋਇਆ ਇਨਸਾਨ ਇੱਥੇ ਸ਼ਬਦ ਕਹਿ ਗਏ ਲੋਕ ਮੂਰਖ ਨੇ ਕਿ ਅਸੀਂ ਸੱਜੇ ਚੱਲਨੇ? ਨਹੀਂ ਨਹੀਂ, ਦੇਖੋ ਕਾਇਦੇ ਕਾਨੂੰਨ ਜਿਹੜੇ ਹੁੰਦੇ ਨੇ ਇਹ ਇਨਸਾਨ ਨੂੰ ਜੀਵਨ ਜੀਣ ਦਾ ਢੰਗ ਦਿੰਦੇ ਨੇ। ਅਗਲੀ ਬੇਨਤੀ, ਜੇ ਸਾਡੇ ਸਰੀਰ ਦਾ ਵੀ ਕਾਨੂੰਨ ਕਾਇਦਾ ਨਾ ਹੋਵੇ, ਮਰਿਆਦਾ 'ਚ ਸਰੀਰ ਨਾ ਹੋਵੇ ਤੇ ਬੰਦੇ ਦੀ ਮੌਤ ਹੋ ਜਾਏਗੀ। ਥੋੜੀ ਜਿਹੀ ਇਹਨੂੰ ਵੀ ਬੇਨਤੀ ਨੂੰ ਸੁਣਿਓ। ਮੈਂ ਸ਼ਲੋਕਾਂ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ, ਅਰਥਾਂ ਤੋਂ ਪਹਿਲਾਂ, ਕਿ ਗੁਰੂ ਨਾਨਕ ਸਾਹਿਬ ਸਾਨੂੰ ਕੀ ਸਮਝਾਉਂਦੇ ਪਏ। ਅਸੀਂ ਸਮਝੀਏ ਉਸ ਗੱਲ ਕਿ ਤੁਹਾਡਾ ਮੇਰਾ ਸਰੀਰ ਮਰਿਆਦਾ 'ਚ ਨਹੀਂ। ਜਿਹੜੇ ਲੋਕ ਕਹਿੰਦੇ ਸੀ ਮਰਿਆਦਾ ਨੂੰ ਨਹੀਂ ਮੰਨਦੇ, ਮੇਰੀ ਬੇਨਤੀ ਹੈ, ਮੇਰਾ ਤੇ ਤੁਹਾਡਾ ਹਾਰਟ ਇਸ ਵਕਤ ਹਾਰਟ ਬੀਟ ਚੱਲ ਰਹੀ ਹੈ, ਦਿਲ ਧੜਕਦਾ ਪਿਆ। ਜਦੋਂ ਵੀ ਇਹ ਦਿਲ ਮਰਿਆਦਾ ਨੂੰ ਤੋੜ ਕੇ ਦਾਂ ਤੇਜ਼ ਹੋਵੇਗਾ ਜਾਂ ਮੱਧਮ ਪੈ ਜਾਏਗਾ, ਉਸੇ ਵਕਤ ਬੰਦਾ ਪਰੇਸ਼ਾਨ ਹੋਏਗਾ, ਡਾਕਟਰ ਕੋਲ ਜਾਏਗਾ, ਮੇਰੇ ਸਰੀਰ ਨੂੰ ਕੋਈ ਰੋਗ ਲੱਗ ਗਿਆ। ਕਿਉਂਕਿ ਦਿਲ ਆਪਣੀ ਮਰਿਆਦਾ ਤੋੜ ਜਾਏ, ਬੰਦੇ ਦੀ ਮੌਤ ਹੋ ਜਾਂਦੀ। ਬਲੱਡ ਪ੍ਰੈਸ਼ਰ ਹੈ, ਇਹ ਮਰਿਆਦਾ ਵੀ ਚੱਲਦਾ ਹੈ। ਜਦੋਂ ਇਹ ਵੀ ਮਰਿਆਦਾ ਨੂੰ ਕਾਨੂੰਨ ਨੂੰ ਤੋੜਦਾ ਹੈ, ਇਹ ਵੱਧ ਚਾਹੇ ਤੇ ਘਟ ਜਾਏ ਤੇ ਬੰਦੇ ਦੀ ਮੌਤ ਤੱਕ ਹੋ ਜਾਂਦੀ। ਮੈਂ ਬੇਨਤੀ ਕਰਾਂ, ਕੱਲਾ ਇਹ ਹੀ ਨਹੀਂ, ਸਾਡੀਆਂ ਕਿਡਨੀਆਂ ਨੇ,
कि ये किसी कानून के अधीन खून नहीं साफ कर दियां? सियाने विद्वान डॉक्टर कहते हैं 6.5 लाख गैलन एक तंदुरुस्त बंदे की बॉडी का खून किडनियां एक साल भी साफ कर दियां। 6.5 लाख गैलन। पर जे किडनी अपने खून साफ करन दे कायदे कानून नूं तोड़ जाए, देखो बंदे की हालत कितनी मंदी हुंदी। विचारा तरले लै रहा है, उन्होंने मशीनां नाल खून साफ किया जा रहा है। जे साडे साह लैण की मर्यादा च कोई फर्क पै जाए, प्यारिओ इंसान की मौत हो जाएगी। अगली बेनती करा, कली बॉडी की एक मर्यादा च नहीं, इत्थों तक कि रब ने वख-वख सुभाअ दे तत्त भी एक थां ते बन दिते। हुण इस शरीर नूं असीं कहने आ 5 तत्तां दा, ये पौण, पानी, अगन, मिट्टी, आकाश। पर तुसीं देखो ये सारे तत्त एक दूजे नाल सहमत ने। पानी ते अग दा किते सुमेल है, अग ते हवा दा किते सुमेल है, अग ते मिट्टी दा किते सुमेल है। परमात्मा ने जदों जिंदगी की मर्यादा बनाई, सच ये उन्हें वख-वख विरोधी तत्तां नूं भी एक थां ते इकट्ठियां कर दिता। चेते रखियो, जदों विरोधी इकट्ठे तत्त हो गए, उहदे विचों जो कुछ पैदा होया उहनूं आपां जिंदगी कहने। एक मर्यादा है ना जी, कली इत्थे नहीं, तुसीं बाहर देखो। मैं सिर्फ पहली बेनती करांगा, क्योंकि विचार हो सकता है कि 4 दीवाना च मेरे तो एक पौड़ी मुश्किल नाल होवे, क्योंकि गुरु ग्रंथ साहब बड़े गहरे ने। मैं हर थां एक होका दे रहा, गुरु के सिखो। इस सतगुरु नूं केवल रुमालियां तक, चौर तक, छत्र तक, छब्बियां तक सीमित ना रखो। गुरु ग्रंथ साहब च टुब्बी मार के देखो, ਇਹਦੇ ਵਿੱਚੋਂ ਉਹ ਜੀਵਨ ਮਿਲੇਗਾ ਜਿਹਦਾ ਮੁਕਾਬਲਾ ਦੁਨੀਆ ਦੇ ਕਿਸੇ ਪਦਾਰਥ ਨਾਲ ਕੀਤਾ ਹੀ ਨਹੀਂ ਜਾ ਸਕਦਾ। ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਕੁ ਨੇ ਸਾਡੇ 'ਚ ਜਿਹੜੇ ਰੋਜ਼ਾਨਾ ਸਹਿਜ ਪਾਠ ਕਰਦੇ ਨੇ, ਕਿੰਨੇ ਕੁ ਨੇ ਜਿਨ੍ਹਾਂ ਨੇ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਰੀਕੀ ਨਾਲ ਆਪ ਕੀਤਾ ਹੈ। ਨਹੀਂ ਪਿਆਰਿਓ, ਤੁਸੀਂ ਨਿਰਭਰ ਹੋ ਸਾਡੇ, ਮੈਨੂੰ ਬਖਸ਼ ਦਿਆ ਜੇ। ਠੀਕ ਹੈ, ਤੁਹਾਡੇ ਕੋਲ ਕੀਰਤਨੀ ਆਉਂਦੇ ਨੇ, ਕਥਾ ਵਾਲੇ ਆਉਂਦੇ ਨੇ, ਮਹਾਂਪੁਰਖ ਆਉਂਦੇ ਨੇ। ਮੇਰੀ ਬੇਨਤੀ ਇਹਨੂੰ ਫੀਲ ਨਾ ਕਰਿਓ। जे हर बंदा चाहता है मैं अपने पैरों ते खड़ा हो के रोटी कमावां, मैं अपने माँ बाप, अपने भैणा भरावां दा मुथाज ना रवां, गुरु के सिखो, कीर्तन कथा सुनो, पर स्पिरिचुअलिटी विच किसे दे मुथाज ना बनो। खुद गुरु ग्रंथ साहब नाल सांझ पाओ, समझ पै जाए कि मेरे गुरु दे शब्द विच रखिया की होया। मैं तुहानूं सुना दिता, तुसीं सुन लैण। जिहड़े मेरे प्रति शरधा रखणगे, वो मेरी गल नूं आखरी सच समझणगे। ये दुखान ते रब दे घर च ऐसी खेड़ नहीं, इत्थे तां प्यारिओ परे तो परे दी गल है। मैं फिर बेनती करा, केवल शरीर दी मर्यादा नहीं, तुसीं ध्यान नाल देखो, आ बाहर साडे घरां विच मर्यादा नहीं। असीं गैस वाला चूल्हा बालने, हालांकि वो लिक्विड गैस सिलेंडर च भरी है, पर ओहदियां भी 3 टिकाणे बनाए ने उहनूं मर्यादा च लिआउण लई। आपां रैगूलेटर लाने आ, फिर ओहदे लई एक बटन भी बनाया गया, फिर चूल्हा बनाया गया। तो जे किते वो अग दा भरिया, गैस दा भरिया सिलेंडर बेमर्यादा हो जाए प्यारिओ, जिन्हें साडी रोटी पकानी वो घर नूं साड़ के राह कर देवेगा। वो मर्यादा चल रही है। कदी बंदे नहीं कह रैगूलेटर की की लोड़ है, मैं तो सीधा उत्ते चुल्हे दे रखूँ, मैं सिलेंडर नूं अग लाऊंगा सीधी, चुल्हे लोड़ ही नहीं। नहीं नहीं, जे उस लिक्विड नूं भी सच एवे कि तुसी जिन्नी देर तक मर्यादा च नहीं लैके आउंदे, उन्नी देर तक आपां रोटी पानी प्रशादा नहीं तैयार कर सकांगे। पानी साडे घरां च आउंदा है, जिन्नी देर तक मर्यादा भी चलेगा, सच एवे साडी जिंदगी बनेगा। जदों मर्यादा नूं तोड़ देगा, वो पानी साडी मौत दा कारण बनेगा। मैं सिर्फ इत्ते बेनतियां करनियां ने। इस्लाम दी शरह अपनी, हिंदू मत दी विधान कानून कायदा कानून अपने, जोगी अपने ध्यान की गल करते हैं, दानिया ने अपनी गल की। पर मेरे गुरु नानक साहब कहते हैं, वो दुनिया के लोगों, एक दूजे की शरह नूं, एक दूजे की मर्यादा नूं भंडन की थां तुसी असली गुणां नूं जान जांदे ते सच एवे नफरत तो बच के तुहाडा पार उतारा हो जाता। आओ मैं थोड़ी जी बेनती करनी चाहांगा, क्योंकि असीं किसी दे धर्म नूं मजाक, ये मत समझना कि मजाक शब्द कह गुरुदेव ने। गुरु नानक साहब जी तो पहला ये साडा जोर लगा होया है पूरे संसार का, कला तुहाडा नहीं, पूरे संसार का मेरे धर्म का बोलबाला होवे। यही है ना जी, मेरे धर्म के लोगों की गिनती वधे,
पर मैं बेनती करांगा, गिनती आदमियां दी वध जाएगी इमोशनल करके, पर धर्म कमाण वाला दुनिया विचों करोड़ां विच एक अद्धा ही सानू किते नजर आवेगा। फिर बेनती सुनो, गुरु नानक साहिब दे वेले हिंदुस्तान दी दशा की है। भाई गुरदास साहिब दी रचना आपां लांगे, गल बड़ी सौखी समझ पाएगी। जिहड़ा हाकम है वह मुसलमान है, इनू किसे भी किसे फिरके नाल जोड़ के ना देखियो, क्योंकि मैनू अर्थ करने वास्ते गल्लां स्पष्ट करनियां पैणियां। ये आपां पचाका मार के भी निकल सकते भी चलो किसी नू खुश कर ली मैं अर्थ लुका दिया, नहीं, मैं गुरु दा देनदार होवांगा। एक पासे इस्लाम है, दूजे पासे सनातन मत है। एक पासे मुल्ला है, दूसरे पासे पंडित है। एक पासे शब्द राम है, दूसरे पासे शब्द रहीम है। एक पासे वेद है, दूसरा कह रहा मेरा कतेब है। एक कह रहा कि दक्षिण पासे जगन्नाथ है, दूसरा कहता नहीं पश्चिम वाले पासे झुकोगे तो अल्लाह की इबादत होगी, जो अज महाराज कह रहे हैं। कमाल की गल, एक राम ते एक रहीम, एक वेद ते एक कतेब, एक गंगा ते एक मक्का, एक दक्षिण ते एक पश्चिम, पर आपस में धर्म की गल करने वाले एक दूजे नू इन्नी नफरत नाल देखते हैं कि शायद इन्नी नफरत नाल जानवर भी एक दूजे नू ना देखता हो। बेनती ध्यान ना सुन, भाई गुरदास साहब ने अपनी रचना च ये पवित्र बचन कहन उन्होंने पौड़ी, जेड़े गुरसिख पाठ करते हैं उन्होंने पता है, अक्सर गुरु नानक साहब के पुरब ते पौड़ी सुनाई जाती। चार वर्ण, चार मजहबां, जग विच हिंदू मुसलमाने की कर रहे हैं, एक दूजे का मजाक किवें उड़ाया जा रहा है। चार वर्ण, खत्री ब्राह्मण शूद वैश्य, चार मजहबां, जग विच हिंदू मुसलमाने। अगे भाई साहब कहते खुदी बखीली तकबरी खिंजो तान करेन तिगाने। एक दूजे के प्रति बखीली नफरत है, खिंजो तान है। एक दूजे के धर्म के चिन्हों का मजाक उड़ाया जा रहा है। एक दूजे के धर्म अस्थान ते धर्म निशान नू नफरत की निगाह नाल देखा जा रहा है। महाराज कह रहे हैं कि खुदी बखीली तकबरी खिंजो तान करेन तिगाने। गंग बनारस हिंदुआ, मक्का काबा मुसलमान। गंगा ते बनारस हिंदू वीरां लई पवित्र है, मक्का ते काबा मुसलमान लई है। गंग बनारस हिंदुआ, मक्का काबा मुसलमाने। सुन्नत मुसलमान दी, वो कहंदा सुन्नत करन वाला ही असल च मुसलमान है। तिलक जंजू हिंदू लोवा ने, मस्तक ते तिलक ते गल विच जंजू हिंदू वीर कहंदा ये मेरे अपने चिन्ह हैं, तां धर्म दे चिन्ह ना। फिर सुनियो ध्यान नाल, सुन्नत मुसलमान दी, तिलक जंजू हिंदू लोवाने। अगे भाई साहब कहंदे ने वेद कतेब भुलाए कै, मोहे लालच दुनी शैतान। कमाल दी गल, एक वेद की गल करदा, दूजा कतेब दी, कुरान दी, अंजील दी, तुरैत की गल करदा। पर भाई साहब कहते दुख इस चीज़ का कि जिस धर्म ग्रंथ की गल की जा रही है उसकी गल नूं मनण वास्ते कोई तैयार नहीं। गल की जा रही कतेब ते वेद की। महाराज कहते वेद कतेब भुलाए कै, मोहे लालच दुनी शैताने। अगे भाई साहब लिखते ने राम रहीम कहां दे, एक कह रहा राम ते दूसरा कह रहा रहीम। पर कमाल की गल, एक दूजे प्रति नफरत। राम रहीम कहां दे, एक नाम। वो कहते गुरमुखो जिन्हों रहीम कहते हो वह भी एक जे, ते जिन्हों राम कहते हो वह भी परम शक्ति केवल एक है। राम रहीम कहां दे, एक नाम, नाम इको दे दो ने। पर अगे कहते किड्डी बदकिस्मती होए, ਉਹਦੇ नाम ते दोनों भुल गए। राम रहीम कहां दे, एक नाम दो राह भुलाने। वेद कते भुलाए कै, मोहे लालच दुनी शैताने। सच किनारे रह गया खै मरदे बामण मोला। सच जिहदी गल की जा रही, खिमा करियो, ਉਹਦੇ नाल नहीं गल की जा रही। देखो उत्थे एक दूजे के चिन्हां नूं नफरत नाल देखते पे। फिर मैं इस तो अगली बेनती करा, कदी भी जबरदस्ती जोर नाल, मैं गल सिखां च भी कहन लगा, मैनू बख्श दिया जे, कदी जबरदस्ती जोर ते धक्के नाल मत कहो कि मैं ही सब तो उच्चा मैं बाकी सब तो माड़े। नहीं, एक है पाए देखो सब नारी, क्या जानना शौ कौन प्यारी। सब नूं एक नज़र नाल देख।
ਕੀ ਪਤਾ ਕਿਹੜਾ ਪਰਮਾਤਮਾ ਨੂੰ ਪਾ ਰਿਹਾ। ਮੈਂ ਗੁਰੂ ਗ੍ਰੰਥ ਸਾਹਿਬ 'ਚ ਤੁਹਾਨੂੰ ਇੱਕ ਪ੍ਰਮਾਣ ਦੇਣਾ ਕਿ ਜਦੋਂ ਕਿਸੇ ਤੇ ਧੱਕੇ ਨਾਲ ਕਹੀਏ ਤੂੰ ਮੇਰੇ ਚਿੰਨ੍ਹ ਨੂੰ ਧਾਰਨ ਕਰ, ਮੈਂ ਬੇਨਤੀ ਕਰਾਂਗਾ ਇਹ ਖਤਰਨਾਕ ਰੁਝਾਨ ਹੈ ਅੱਜ ਮਾਨਵਤਾ 'ਚ। ਮੇਰਾ ਧਰਮ ਕੀ ਸਭ ਤੋਂ ਸ੍ਰੇਸ਼ਟ, ਤੇਰੇ ਧਰਮ ਦੇ ਪੱਲੇ ਕੀ। ਹਾਂ, ਗੁਰੂ ਨਾਨਕ ਸਾਹਿਬ ਨੇ ਬਿਲਕੁਲ ਜਿੱਥੇ ਪਖੰਡ ਆਇਆ, ਚਾਹੇ ਹਿੰਦੂ ਆਇਆ, ਚਾਹੇ ਮੁਸਲਮਾਨ ਆਇਆ, ਚਾਹੇ ਯੋਗੀ ਆਇਆ, ਤੇ ਖਿਮਾ ਕਰਿਓ ਜੇ ਪਖੰਡ ਦਾ ਗਰਸਿਆ ਹੋਇਆ ਸਿੱਖ ਵੀ ਗਏ ਤੇ ਗੁਰੂ ਨਾਨਕ ਦਾ ਉਪਦੇਸ਼ ਸਿੱਖ ਲਈ ਵੀ ਉਹਨਾਂ ਲਾਗੂ ਹੋਵੇਗਾ। ਇਹਨੂੰ ਸੱਚ ਅਸੀਂ ਮੰਨੀਏ। ਜੇ ਹਿੰਦੂ ਵੀਰ ਜੰਝੂ ਪਾ ਕੇ ਪਰਾਇਆ ਹੱਕ ਖਾ ਰਿਹਾ ਹੈ, ਪਰਾਏ ਤਨ ਨੂੰ ਬੁਰੀ ਨਜ਼ਰ ਨਾਲ ਦੇਖਦਾ ਹੈ, ਫਿਰ ਧਿਆਨ ਨਾਲ ਸੁਣੋ, ਜੇ ਧਰਮ ਦਾ ਚਿੰਨ੍ਹ ਪਾ ਕੇ ਕੁਕਰਮ ਕਰ ਰਿਹਾ ਹੈ, ਗੁਰੂ ਕਹਿੰਦਾ ਤੇਰਾ ਜੰਝੂ ਤੇਰਾ ਤਿਲਕ ਕਿਸੇ ਅਰਥ ਨਹੀਂ। ਤੇ ਜੇ ਮੈਂ ਵੀ ਕੜਾ ਕਿਰਪਾਨ ਤੇ ਕੇਸ ਰੱਖ ਕੇ ਪਾਪ ਕਰਨਾ ਪਿਆ, ਗੁਰੂ ਕਹਿੰਦਾ ਮੈਨੂੰ ਤੇਰੀ ਰਹਿਤ ਚੰਗੀ ਹੈ, ਤੇਰਾ ਬੁੱਤ ਨਹੀਂ ਮੈਨੂੰ ਚੰਗਾ। ਅਸੀਂ ਸਾਰੇ ਪੜ੍ਹਨੇ, ਫਿਰ ਅਸੀਂ ਇਸ ਚੀਜ਼ ਨੂੰ ਦੂਜੇ ਤੇ ਲਾਗੂ ਕਰ ਰਹੇ ਹਾਂ, ਆਪਣੇ ਤੇ ਕਿਉਂ ਨਹੀਂ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਪ੍ਰਮਾਣ ਹੈ ਭਗਤ ਨਾਮਦੇਵ ਜੀ ਦਾ। ਬਾਦਸ਼ਾਹ ਨੇ ਕਹਿ ਦਿੱਤਾ ਕਿ ਤੂੰ ਖੁਦਾ ਬੋਲਣਾ, ਤੂੰ ਰਾਮ ਨਹੀਂ ਬੋਲਣਾ, ਕਿਉਂਕਿ ਪਾਬੰਦੀ ਸੀ। ਢੋਲਕੀ ਨਹੀਂ ਸੀ ਵਜਾਣ ਦਿੱਤੀ ਜਾਂਦੀ ਹਿੰਦੁਸਤਾਨ ਵਿੱਚ, ਘੋੜੀ ਤੇ ਨਹੀਂ ਸੀ ਚੜਨ ਦਿੱਤਾ ਜਾਂਦਾ, ਕਮਾਲ ਦੀ ਗੱਲ ਨਿਸ਼ਾਨ ਨਹੀਂ ਸਨ ਲਾਏ ਜਾਣ ਦਿੱਤੇ ਜਾਂਦੇ। ਮੇਰੇ ਗੁਰੂ ਨੇ ਕਿੱਡੀ ਵੱਡੀ ਕ੍ਰਾਂਤੀ ਪੈਦਾ ਕੀਤੀ। ਕਹਿਣ ਲੱਗੇ ਤੁਸੀਂ ਦੂਜੇ ਧਰਮ ਨੂੰ ਢੋਲਕੀ ਨਹੀਂ ਵਜਾਣ ਦਿੰਦੇ, ਮੈਂ ਰਣਜੀਤ ਨਗਾਰਾ ਮੜਾਂਗਾ, ਉਹਦੀ ਆਵਾਜ਼ ਤੇਰੀ ਦਿੱਲੀ ਦੇ ਕਿਲਿਆਂ ਤੱਕ ਵੀ ਜਾ ਪਹੁੰਚੇਗੀ। ਅਗਲੀ ਗੱਲ ਉਹਨਾਂ ਕਿਹਾ ਘੋੜ ਸਵਾਰੀ ਗੁਲਾਮੀ ਦਾ ਚਿੰਨ੍ਹ ਕੋਈ ਨਹੀਂ ਕਰ ਸਕਦਾ, ਘੋੜ ਸਵਾਰੀ ਕੇਵਲ ਆਜ਼ਾਦ ਕਰ ਸਕਦੇ ਨੇ। ਮੇਰੇ ਗੁਰੂ ਨੇ ਕਿਹਾ ਮੇਰਾ ਖਾਲਸਾ ਹੋਵੇ ਜਿਹਨੂੰ ਘੋੜ ਸਵਾਰੀ ਕਰਨੀ ਆਉਂਦੇ, ਖਾਲਸਾ ਸੋਏ ਜੋ ਚੜ੍ਹੈ ਤੁਰੰਗ। ਯਾਦ ਰੱਖਿਓ, ਉਹਨਾਂ ਕਿਹਾ ਅਸੀਂ ਨਿਸ਼ਾਨ ਮਿਟਾਣੇ ਨੇ। ਮੇਰੇ ਗੁਰੂ ਨੇ ਹਰ ਸਿੱਖ ਦੇ ਉੱਤੇ ਜਦੋਂ ਫਰਰਾ ਪੈਦਾ ਕਰ ਦਿੱਤਾ, ਚੇਤੇ ਰੱਖਿਓ ਸਿੱਖ ਦੇ ਸੀਸ ਉੱਤੇ ਵੀ ਨਿਸ਼ਾਨ ਝੁਲਣ ਲੱਗ ਪਿਆ ਸੀ। ਇਹ ਸਤਿਗੁਰੂ ਨੇ ਗੁਲਾਮੀ ਦੀਆਂ ਜੰਜੀਰਾਂ ਤੋੜੀਆਂ, ਪਰ ਹਰ ਬੰਦੇ ਨੂੰ ਆਪਣਾ ਆਜ਼ਾਦੀ ਨਾਲ ਧਰਮ ਜੀਣ ਦੀ ਹੱਕ ਹੈ, ਪਰ ਸ਼ਰਤ ਕਿਸੇ ਦੂਜੇ ਦੇ ਧਰਮ ਨੂੰ ਸੰਨ ਲਾ ਕੇ ਨੀਵਾਂ ਦਿਖਾ ਕੇ ਨਹੀਂ। ਫਿਰ ਬੇਨਤੀ ਸੁਣੋ, ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ ਜੀ, ਭੈਰੋ ਰਾਗ ਸ਼ਬਦ ਹੈ ਭਗਤ ਨਾਮਦੇਵ ਜੀ ਦਾ। ਮੈਂ ਥੋੜੇ ਜਿਹਾ ਪ੍ਰਮਾਣ ਇਹ ਸ਼ਲੋਕ ਨੂੰ ਵਿਚਾਰਨ ਤੋਂ ਪਹਿਲਾਂ ਤੂੰ ਭੂਮਿਕਾ ਬਣਾ ਰਿਹਾ ਕਿ ਗੁਰੂ ਨਾਨਕ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਬਾਦਸ਼ਾਹ ਨੇ ਕਿਹਾ ਕਿ ਤੂੰ ਰਾਮ ਨਹੀਂ ਬੋਲਣਾ, ਤੂੰ ਖੁਦਾ ਬੋਲਣਾ। ਭਗਤ ਨਾਮਦੇਵ ਕਹਿੰਦੇ ਨਾ, ਮੈਂ ਰਾਮ ਹੀ ਬੋਲਾਂਗਾ। ਉਹਦੇ ਹੱਥਾਂ 'ਚ, ਭਗਤ ਜੀ ਦੇ ਹੱਥਾਂ 'ਚ ਹੱਥ ਕੜੀਆਂ ਲੋਹੇ ਦੀਆਂ ਲਾ ਦਿੱਤੀਆਂ, ਪੈਰਾਂ ਵਿੱਚ ਸੰਗਲ ਪਾ ਕੇ ਜੰਜੀਰਾਂ ਪਾ ਦਿੱਤੀਆਂ, ਤੇ ਇੱਥੋਂ ਤੱਕ ਜਦੋਂ ਉਹਨਾਂ ਨੂੰ ਜਕੜ ਕੇ ਹੱਥ ਕੜੀਆਂ ਨਾਲ ਤੇ ਲੋਹੇ ਦੀਆਂ ਬੇੜੀਆਂ ਨਾਲ ਸੱਟਿਆ, ਤੇ ਮਾਂ ਆ ਗਈ। ਉਹਨੇ ਕਿਹਾ ਨਾਮਦੇਵ, ਕਹਿਣ ਲੱਗੇ ਦੱਸ ਅੰਮਾ। ਕਹਿੰਦੀ ਮੇਰੇ ਤੋਂ ਤੇਰਾ ਦੁੱਖ ਨਹੀਂ ਸਹਿਆ ਜਾਂਦਾ, ਇਹਨਾਂ ਤਸ਼ੱਦਦ ਸਹਿਣਾ ਪਿਆ, ਹੱਥਾਂ ਪੈਰਿਆਂ ਤੇਰਾਂ ਚੋਂ ਖੂਨ ਨਿਕਲਦਾ ਪਿਆ, ਤੈਨੂੰ ਸੰਗਨਾਂ ਨਾਲ ਬੰਨਿਆ, ਫਿਰ ਕੀ ਕਰਾਂ ਮਾਂ। ਕਹਿਣ ਲੱਗੇ ਤੂੰ ਰਾਮ ਨੂੰ ਛੱਡ ਕੇ ਖੁਦਾ ਨਹੀਂ ਜਪ ਸਕਦਾ। ਕੀ ਖੁਦਾ ਤੇ ਰਾਮ ਵਿੱਚ ਕੋਈ ਫਰਕ ਹੈ? ਤੁਸੀਂ ਤਾਂ ਕਹਿੰਦੇ ਹੋ ਅਦਵੈਤ ਮਤ ਵਿੱਚੋਂ ਸਭ ਇੱਕ ਹੈ। ਦੇਖੋ ਉਸ ਭਗਤ ਜੀ ਦਾ ਅਕੀਦਾ, ਉਹ ਕਹਿੰਦੇ ਨੇ ਮਾਂ ਸੱਚ ਇਹ ਵੇ ਕਿ ਰਾਮ ਖੁਦਾ ਲਫ਼ਜ਼ ਵਿੱਚ ਕੋਈ ਝਗੜਾ ਨਹੀਂ, ਪਰ ਜੇ ਮੈਨੂੰ ਜ਼ੋਰ ਨਾਲ ਜ਼ਬਰਦਸਤੀ ਨਾਲ ਖੁਦਾ ਬੁਲਾਏਗਾ ਮੈਂ ਮਰ ਜਾਵਾਂਗਾ, ਪਰ ਬੋਲਾਂਗਾ ਮੈਂ ਜ਼ੁਬਾਨ ਤੋਂ ਰਾਮ ਹੀ, ਕਿਉਂਕਿ ਮੈਂ ਕਿਸੇ ਦੀ ਗੁਲਾਮੀ ਨਹੀਂ ਸਹਿ ਸਕਦਾ। ਬੇਨਤੀ ਹੈ, ਧੱਕਾ ਹੋਇਆ ਧਰਮ ਦੇ ਨਾਂ ਤੇ। ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਸ਼ਬਦ ਨੇ, ਅਸੀਂ ਜਦੋਂ ਪਾਠ ਕਰਨੇ ਆ, ਸੁਲਤਾਨ ਪੁੱਛੇ ਸੁਣ ਬੇਨਾਮਾ, ਮਰਾਠੀ ਦੇ ਕੋਈ ਲਫ਼ਜ਼ ਨੇ। ਸੁਲਤਾਨ ਪੁੱਛਦਾ ਪਿਆ ਆ ਨਾਮਦੇਵ ਮੈਨੂੰ ਦੱਸ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੂੰ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨ ਬਾਦੁਲਾ, ਦੇਖੂੰ ਤੇਰਾ ਹਰ ਬੀਠਲਾ, ਬਿਸਮਲ ਗਊ ਗਊ ਦਿਓ ਜਵਾਏ, ਨਾਤਰ ਗਰਦਨ ਮਾਰੂ ਉਠਾਏ, ਮਰੀ ਕੋਈ ਗਾਂ ਨੂੰ ਜਿੰਦਿਆਂ ਕਰਨੀ ਤੇ ਤੈਨੂੰ ਮਾਰ ਦਿਆਂ। ਭਗਤ ਜੀ ਕਹਿੰਦੇ ਨੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ। ਅੱਗੇ ਕਹਿੰਦੇ ਫਿਰ ਤੇਰਾ ਰਾਮ ਕਿੱਥੇ? ਕਹਿਣ ਲੱਗੇ ਸੱਚ ਇਹ ਵੇ ਕਿ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹਦੇ ਵਿੱਚ ਤੁਕਾਂ ਨੇ, ਰੁਦਨ ਕਰੈ ਨਾਮੇ ਕੀ ਮਾਏ, ਅਰਥ ਬੜੇ ਸੌਖੇ ਨੇ ਨਾ ਜੀ, ਹਿੰਦੀ ਲਫ਼ਜ਼ ਨੇ ਸਾਰੇ।
नामदेव की माँ बिरलाप कर दी, रुदन करे नामे की माए, छोड़ राम की ना भजै खुदाए। तू राम को छोड़ खुदा बोल। अगो भगत जी कहते ना हो तेरा पूंगड़ा ना तू मेरी माए। देखो ये भगत की आज़ादी है धर्म की, ते गुरु ग्रंथ साहिब च सारे शब्द दर्ज किए गए। ते चेते रखियो उदों दर्ज किए गए जदों इस्लामी राज सी इत्थे, किसी के प्रभाव नूं नहीं कबूलिया कि मता ये जिहड़ा शब्द है बादशाह के विरोध विच असीं दर्ज नहीं करना, बादशाह की कहेगा। नहीं प्यारिओ, गुरु नानक दे घर की आज़ादी नूं तुसीं देखो। फिर गल ध्यान नाल सुनियो, शब्द बादशाह नूं मुखातब करके है। मां कह रही है रुदन करे नामे की माए, छोड़ राम की ना भजै खुदाए। कहते ना हो तेरा पूंगड़ा, पूंगड़ा समझ गया मैं तेरा बच्चा नहीं, तू मैनू दुध पियाया, मैनू कुख च जन्म दिता जी सदके, पर मैं तेरे दुध नूं दाग नहीं लगन देना। उन्हें कहा मेरे दुध नूं? कहन लगा जे मैं अज राम बोलना छड़ दिता तेरे तेरे दुध नूं दाग लग जाएगा, मैं राम ही बोलांगा। छोड़ राम की ना भजै खुदाए, ना हूं तेरा पुंगड़ा ना तू मेरी माए, पिंड परै तो हर गुण गाए। अगे कहंदे ने गंग जमन जो उल्टी बहे, तो नामा हर करता रखे। पावों बेड़ी हाथों ताल, नामा गावे गुण गोपाल। मेरी सिर्फ एक बेनती सुनो, उथे भगत जी ते जोर दिता गया ताकत नाल कि तू अपनी जबान दे लफ्ज चेंज कर दे। राम शब्द नहीं चाहिए, खुदा चाहिए। पर याद रखियो भगत नामदेव नूं खुदा, रहीम, करीम, अल्लाह शब्द नाल कोई खेट नहीं। उन्हां दी बाणी विच एक शब्द है, जदों जोर नाल कोई कहंदा है तू खुदा बोल, वो कहंदे मर जाऊंगा पर बोलांगा राम। पर जदों अपनी मौत च भगत किते एक तारा लैके गाउंदा है, उत्थे सारे इस्लामिक शब्द गाई जांदा है। वो शब्द है मैं अंधुले की टेक, तेरा नाम खुंदकारा। अगलियां तुकां सुनो, उहदे च राम जिक्र नहीं। मैं अंधले की टेक, तेरा नाम खुंदकारा, मैं गरीब मैं मस्कीन, तेरा नाम है आधारा। करीमा रहीमा अल्लाह तू गनी। कहने मेरे मन च नफरत नहीं, अपनी मौज विच मैं अल्लाह कहांगा, करीम कहांगा, रहीम कहांगा। पर जे मेरे ते जोर पा के, चेते रखियो भगत कदी भी किसी का गुलाम नहीं हो सकता, भावें वक्ती किन्नी भी ताकत हो। मैं एक तुहानूं छोटी जी उदाहरण दे देना, सिर्फ समझाण लू मन लू, क्योंकि इस सलोक के अखीर च नानक भगतां भुख साला हन, तां अर्थ समझ पैणगे। कहंदे ने दरवेश बैठा अपनी झौंपड़ी च, ते बादशाह उन्होंने मिलने वास्ते गया। दरवेश बड़ा बेपरवाह सी। लापरवाह नहीं, लापरवाह ते बेपरवाह च फर्क हुंदा है। लापरवाह वो हुंदा है जिहड़ा जीवन की कदर कीमत नहीं जानता, बेपरवाह हुंदा है जिहड़ा बंदगी विच रब दे विच जी के किसी की परवाह नहीं मानता। वो बेपरवाह से जदों बादशाह गया, उन्होंने इन्ना पता है भी पता नहीं फकीर ने दरवेश ने की कुछ बोल देना है जबान तो। उन्हें अपने कुछ को आदमी नाल लए, सारे नहीं। जे मान लो जे कुरख्त बोलिया, सख्त बोलिया, तो किते मेरा अपमान ना होवे, मैं अपने बंदियां विच अपमानित ना हो जावां। कुछ को अपने राजदार लैके गया। जदों झौंपड़ी कोल पहुंचा तो फकीर दी झौंपड़ी नूं जिहड़ा रस्ता जांदा सी, उहदे उत्ते किक्कर दे कंडे मोड़े, वड्डे वड्डे कंडियां वाले मोड़े पे। एहलकारां ने, उहदे नौकरां ने वो मोड़े, मोड़े शब्द आपां समझने ना जी, किक्कर दे छापे उन्होंने हटा के पासे कर दिते। बादशाह दे मन च आया भी इहदे कोल किहड़ा खजाना है जिहड़ा अगे कंडे सट्टी बैठा है, फकीर ते कंडे। याद रखियो बंदा कई बारी किसी उच्चे जीवन वाले कोल जांदा है ते अपनी ईगो भी नाल ही लैके जांदा है। बाणी च एक बचन हुंदा, कबीर साधु को मिलने जाइए साथ ना लीजै कोई। पर असी तां अपने ज्ञान की पंड नाल लैके जाने, अपनियां किताबां दा तजर्बा नाल लैके जाने, अपनी कौमे की पंड साडे कोल हुंदी, सानू झुकन नहीं देंदी। उहदे मन च आया फकीर ते रस्ते दे विच कंडियां वाले मोड़े, उन्हां मोड़े पिछा कर दिते, छापे हटा दिते। अगे गया ते झौंपड़ी विचों कुत्ता बाहर निकल आया। बादशाह नूं देख के कुत्ता भौंकिया। फकीर ने आवाज़ दिती कुत्ते नूं,
ਆਪਣੇ ਸ਼ੂਕਰ ਨੂੰ, ਸਵਾਨ ਨੂੰ, ਜਾਂ ਫਾਰਸੀ ਵੀ ਸ਼ਬਦ ਸੱਗ ਕਹਿ ਲਈਏ। ਉਹ ਕੁੱਤਾ ਫਕੀਰ ਦੀ, ਆਪਣੇ ਮਾਲਕ ਦੀ ਆਵਾਜ਼ ਸੁਣ ਕੇ ਚੁੱਪ ਕਰ ਗਿਆ। ਬਾਦਸ਼ਾਹ ਥੱਲੇ ਉਤਰਿਆ, ਉਹਨੇ ਮਜ਼ਾਕ ਤੇ ਟੀਚਰ ਕੀਤੀ ਫਕੀਰ ਨੂੰ। ਉਹ ਫਾਰਸੀ ਦੀਆਂ 2 ਸਤਰਾਂ ਨੇ। ਉਹ ਬੋਲਣ ਲੱਗਾ, ਕਹਿੰਦਾ ਦਰੇ ਦਰਵੇਸ਼ ਦਰਬਾਨ ਨਾ ਬਾਇਦ। ਦਰੇ ਦਰਵੇਸ਼ ਦਾ ਮਤਲਬ ਦਰਵੇਸ਼ ਦੇ ਦਰ ਤੇ, ਦਰਬਾਨ ਨਾ ਬਾਇਦ। ਦਰਬਾਨ ਆਪਾਂ ਸਮਝਦੇ ਹਾਂ ਜੀ ਸੰਤਰੀ, ਅੱਜ ਦੀ ਲਫ਼ਜ਼ ਸ਼ਬਦਾਵਲੀ ਚ ਕਹਿ ਲਓ ਬਾਡੀਗਾਰਡ, ਅੰਗ ਰੱਖਿਅਕ। ਕਹਿੰਦਾ ਹੋਵੇ ਰੱਬ ਦਾ ਦਰਵੇਸ਼ ਤੇ ਤੂੰ ਆਪਣੇ ਬੂਹੇ ਅੱਗੇ ਦਰਬਾਨ ਸੰਤਰੀ ਪਹਿਰੇਦਾਰ ਖੜੇ ਕੀਤੇ ਨੇ। ਦਰਵੇਸ਼ ਹੱਸ ਪਿਆ, ਕਹਿਣ ਲੱਗਾ ਬਾਦਸ਼ਾਹ ਕਿਹੜੇ ਪਹਿਰੇਦਾਰ? ਕਹਿੰਦਾ ਪਹਿਲਾਂ ਤੂੰ ਤਿੱਖੀਆਂ ਕੰਡਾਂ ਵਾਲੇ ਮੋੜੇ ਰਸਤੇ 'ਚ ਰੱਖੇ ਸਨ, ਬਾਅਦ ਵਿੱਚ ਤੇਰੇ ਆ ਕੁੱਤੇ ਭੌਂਕਣ ਲੱਗ ਪਏ। ਦਰੇ ਦਰਵੇਸ਼ ਦਰਬਾਨ ਨਾ ਬਾਇਦ। ਉਹ ਦਰਵੇਸ਼ਾਂ ਦੇ ਦਰ ਦੇ ਉੱਪਰ ਅੰਗ ਰੱਖਿਆ ਕਿ ਸੰਤਰੀ ਦਰਬਾਨ ਚੰਗੇ ਨਹੀਂ ਲੱਗਦੇ। ਦਰਵੇਸ਼ ਬੋਲਿਆ, ਦੇਖੋ ਬੇਪਰਵਾਹੀ। ਉਹ ਕਹਿੰਦਾ ਬਬਾਇਦ, ਇਹ ਜ਼ਰੂਰੀ ਨੇ ਰੱਖਣੇ ਕੁੱਤੇ। ਬਾਦਸ਼ਾਹ ਕਹਿੰਦਾ ਕਿਉਂ? ਕਹਿੰਦਾ ਬਬਾਇਦ ਕੇ ਸਗੇ ਦੁਨੀਆ ਨਾ ਆਇਦ। ਮੈਂ ਕੁੱਤੇ ਇਸ ਕਰਕੇ ਰੱਖੇ ਨੇ, ਤੇਰੇ ਵਰਗਾ ਹਲਕਾ ਕੁੱਤਾ ਨਾ ਕੋਈ ਆ ਜਾਏ। ਹੁਣ ਮੈਂ ਇੱਕ ਬੇਨਤੀ ਕਰਾਂ, ਇਹ ਬੇਪਰਵਾਹੀ ਕਿਸੇ ਕੋਲ ਹੋਵੇਗੀ? ਗੁਰੂ ਨਾਨਕ ਫਕੀਰ ਕੋਲ ਬੇਪਰਵਾਹੀ ਹੈ। ਮੇਰੇ ਬਾਬੇ ਨੂੰ ਕਿਸੇ ਦੀ ਕਾਨ ਨਹੀਂ, ਭਾਵੇਂ ਪੰਡਿਤ ਹੋਵੇ, ਭਾਵੇਂ ਮੁੱਲਾ ਹੋਵੇ, ਖਿਮਾ ਕਰਿਓ, ਭਾਵੇਂ ਜੋਗੀ ਹੋਵੇ, ਭਾਵੇਂ ਸੰਨਿਆਸੀ ਹੋਵੇ, ਭਾਵੇਂ ਤਪੀਸਰ ਹੋਵੇ, ਭਾਵੇਂ ਬਾਬਰ ਹੋਵੇ ਤੇ ਭਾਵੇਂ ਦੌਲਤ ਖਾਂ ਹੋਵੇ, ਬਾਬਾ ਸੱਚ ਬੋਲਦਾ ਹੈ। ਫਿਰ ਮੇਰੀ ਬੇਨਤੀ ਸੁਣੋ, ਕਿਸੇ ਦੇ ਧਰਮ ਦੇ ਅਕੀਦੇ ਦੀ ਗੱਲ ਕਰਦੇ ਆ, ਇਹ ਕਹਿਣਾ ਮੈਂ ਹੀ ਚੰਗਾ ਵਾਂ ਬਾਕੀ ਸਭ ਝੂਠ। ਅੱਜ ਮੇਰਾ ਗੁਰੂ ਨਾਨਕ ਸਾਹਿਬ ਇਹਦਾ ਖੁਲਾਸਾ ਕਰ ਰਿਹਾ। ਗੱਲ ਚੱਲੀ ਮੁਸਲਮਾਨਾਂ ਦੀ ਸ਼ਰ੍ਹਾਂ ਦੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਚਨ ਵੀ ਨੇ। ਇੱਥੇ ਸਾਹਿਬ ਨੇ ਕਿਹਾ ਸ਼ਲੋਕ ਮਹੱਲਾ ਪਹਿਲਾ। ਇਹ ਪਹਿਲੇ ਮਹੱਲੇ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸ਼ਲੋਕ ਹੈ। 6ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ। ਇਹ ਬਚਨ ਨੇ, ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰਾਂ ਵਿਚਾਰ। ਮੁਸਲਮਾਨਾਂ, ਇਹ ਲਫ਼ਜ਼ ਦਾ ਸੌਖੇ ਹੋ ਗਿਆ ਨਾ ਜੀ। ਮੁਸਲਮਾਨ, ਉਂਝ ਗੁਰੂ ਗ੍ਰੰਥ ਸਾਹਿਬ ਚ ਮੁਸਲਮਾਨ ਦੀ ਡੈਫੀਨੇਸ਼ਨ ਕਹੇ ਕਿ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀਮਲ ਦਿਲ ਤੇ ਖੋਵੇ। ਕਹਿੰਦੇ ਮੁਸਲਮਾਨ ਹੋਵੇ ਜਿਹੜਾ ਮੋਮ ਦੀ ਤਰ੍ਹਾਂ ਪਿਘਲ ਜਾਏ। ਫਿਰ ਧਿਆਨ ਨਾਲ ਸੁਣੋ, ਇਹ ਪਰਿਭਾਸ਼ਾ ਕਿਤੇ ਮਿਲੇਗੀ? ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀਮਲ ਦਿਲ ਤੇ ਖੋਵੇ। ਮੁਸਲਮਾਨ ਐਸਾ ਹੋਵੇ ਜਿਵੇਂ ਮੋਮਬੱਤੀ ਹੈ, ਮੋਮਬੱਤੀ ਜਲਦੀ ਹੈ। ਯਾਦ ਰੱਖੋ, ਮੋਮ ਪਿਘਲਦੀ ਹੈ, ਉਹ ਆਪਣੇ ਲਈ ਨਹੀਂ, ਉਹ ਕਿਸੇ ਨੂੰ ਰਸਤੇ ਤੋਂ ਬਚਾਉਣ ਵਾਸਤੇ, ਖੱਡੇ ਤੋਂ, ਠੋਕਰ ਤੋਂ ਮੋਮ ਪਿਘਲ ਕੇ ਦੂਜਿਆਂ ਨੂੰ ਚਾਨਣ ਦਿੰਦੀ ਏ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ, ਜੇ ਤੂੰ ਮੁਸਲਮਾਨ ਹੈ ਤੇ ਮੋਮਬੱਤੀ ਵਰਗਾ ਹੋ ਜਾ, ਤੇਰਾ ਦਿਲ ਪੱਥਰ ਵਰਗਾ ਨਾ ਹੋਵੇ। ਯਾਦ ਰੱਖ, ਤੇਰਾ ਦਿਲ ਮੋਮ ਵਰਗਾ ਹੋਵੇ। ਪਰ ਮੈਂ ਕਿਸੇ ਤੇ ਤਰਕ ਨਹੀਂ ਕਰਾਂਗਾ। ਅੱਜ ਦੇ ਜਦੋਂ ਹਾਲਾਤ ਦੇਖੀਦੇ ਨੇ, ਕਿਸੇ ਦੀਆਂ ਅੱਖਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ, ਕਿਸੇ ਫਿਰਕੇ ਦੇ ਵਿਰੋਧ 'ਚ ਨਹੀਂ ਮੈਂ। ਪਰ ਗੁਰੂ ਕਹਿੰਦਾ ਇਸਲਾਮ ਕੀ ਹੈ, ਮੁਸਲਮਾਨ ਕੌਣ ਹੈ? ਕਿਸੇ ਦੇ ਹੱਥ ਕੱਟੇ ਜਾ ਰਹੇ ਨੇ, ਕਿਸੇ ਦੀ ਗਰਦਨ ਕੱਟੀ ਜਾ ਰਹੀ ਹੈ, ਕਿਸੇ ਦੀ ਜੀਭ ਕੱਟੀ ਜਾ ਰਹੀ ਹੈ। ਕੀ ਇਹ ਮੋਮ ਦਿਲ ਦਾ ਪ੍ਰਤੀਕ ਹੈ? ਗੁਰੂ ਸਾਹਿਬ ਕਹਿੰਦੇ ਨਹੀਂ, ਧਰਮੀ ਬੜਾ ਨਰਮ ਹੁੰਦਾ ਹੈ, ਧਰਮੀ ਬੜਾ ਮੋਮ ਦਿਲ ਹੈ। ਗੁਰੂ ਸਾਹਿਬ ਕਹਿੰਦੇ ਮੁਸਲਮਾਨਾਂ ਕੋਲ ਜਾਓ, ਮੁਸਲਮਾਨਾਂ ਸਿਫਤ ਸ਼ਰੀਅਤ, ਮੁਸਲਮਾਨ ਆਪਣੀ ਸ਼ਰ੍ਹਾ ਦੀ ਸਿਫਤ ਕਰਦੇ। ਸ਼ਰੀਅਤ ਦਾ ਮਤਲਬ, ਸ਼ਰ੍ਹਾ ਵਿੱਚੋਂ ਨਿਕਲਿਆ ਸ਼ਬਦ। ਸ਼ਰ੍ਹਾ ਦਾ ਅਰਥ ਹੈ ਕਿ ਧਰਮ ਦੇ ਬਣਾਏ ਹੋਏ ਕਾਇਦੇ ਕਾਨੂੰਨ। ਮੁਸਲਮਾਨਾਂ ਦੇ ਵਿੱਚ ਸ਼ਰ੍ਹਾ ਨੂੰ ਅਸੀਂ 5 ਹਿੱਸਿਆਂ ਵਿੱਚ ਵੰਡ ਕੇ ਦੇਖ ਸਕਦੇ ਹਾਂ। ਸ਼ਰ੍ਹਾ ਦਾ ਪਹਿਲਾ ਹਿੱਸਾ ਹੈ ਕਲਮਾ, ਮੈਂ ਬੇਨਤੀ ਕਰਾਂਗਾ। ਦੂਸਰਾ ਹੈ ਨਮਾਜ਼, ਤੀਸਰਾ ਹੈ ज़कात, चौथा है रोज़े खास करके। फिर बेनती सुनियो, असी पढ़ने कलमा, नमाज, ज़कात, रोज़े आदक। ये इस्लाम दे अंदर इन्हें कलमा पढ़ना है, ला इलाहा इल्लल्लाह। खिमा करियो, मैं पढ़ने वास्ते कह रहा, हालांकि मुसल बनाने लिए पढ़ाया जाता है। ये ना कोई कथा सुन के कह दे भाई साहब ने कलमा पढ़ दिता स्टेज उत्ते। सिर्फ एक बेनती है। उस तो बाद असी देखने नमाज है, रोज़े ने, ज़कात आदक है। हुण
ਇਹ ਜਿਹੜੀਆਂ ਚੀਜ਼ਾਂ ਨੇ ਇਹ ਇਸਲਾਮ ਦੀ ਸ਼ਰਅ ਦੇ ਅਨੁਸਾਰ ਨੇ। ਪਰ ਜੇ ਇਹ ਕਹੀਏ ਵੀ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਮੁਸਲਮਾਨ ਆਪਣੀ ਸ਼ਰਅ ਦੀਆਂ ਕਿਤਾਬਾਂ ਪੜ੍ਹ ਰਹੇ, ਮੇਰੀ ਸ਼ਰਅ ਵਿੱਚ ਆ ਕੇ ਹੈ, ਮੇਰੇ ਫਿਕਾ ਵਿੱਚ ਆ ਕੇ ਹੈ, ਮੁਸਲਮਾਨਾ ਸਿਫਤ ਸ਼ਰੀਅਤ ਪੜ੍ਹ ਪੜ੍ਹ ਕरें ਵਿਚਾਰ, ਪੜ੍ਹ ਪੜ੍ਹ ਕੇ ਆਪਣੇ ਖਿਆਲ ਦੇ ਰਹੇ ਨੇ ਕਿ ਜਿਹੜਾ ਬੰਦਾ ਜ਼ਕਾਤ ਰੱਖੇਗਾ ਮੁਸਲਮਾਨ, ਵੈਗਰੂ ਜ਼ਕਾਤ ਕੱਢੇਗਾ ਮੁਸਲਮਾਨ, ਜਿਹੜਾ ਨਮਾਜ਼ ਪੜ੍ਹੇਗਾ ਮੁਸਲਮਾਨ, ਜਿਹੜਾ ਰੋਜ਼ਾ ਰੱਖੇਗਾ ਉਹ ਹੀ ਮੁਸਲਮਾਨ। ਮੇਰੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਫਿਰ ਅੱਗੇ ਉਹ ਸ਼ਬਦ ਕਹਿੰਦੇ ਪਏ ਨੇ, ਇਹ ਗੱਲ ਸੁਣੋ, ਮੁਸਲਮਾਨਾ ਸਿਫਤ ਸ਼ਰੀਅਤ ਆਪਾਂ ਅਰਥ ਕਰਨੇ ਨੇ ਆਸਾਂ ਕੀ ਵਾਰ ਦੇ। ਮੁਸਲਮਾਨ ਸ਼ਰਅ ਦੀਆਂ ਕਿਤਾਬਾਂ ਪੜ੍ਹਦੇ ਨੇ ਤੇ ਸਿਫਤ ਦਾ ਅਰਥ ਹੈ ਆਪਣੀ ਸ਼ਰਅ ਦੀ ਵਡਿਆਈ ਕਰਦੇ, ਪੜ੍ਹ ਪੜ੍ਹ ਕरें ਵਿਚਾਰ। ਉਹ ਫਿਰ ਕਿਤਾਬਾਂ ਪੜ੍ਹ ਪੜ੍ਹ ਕੇ ਆਪਣੀ ਸ਼ਰਅ ਦੀ ਵਿਚਾਰ ਕਰਦੇ कि ज़कात कलमा नमाज में शब्द बरते, पर करें विचार बंदे से। महाराज कह रहे ने बंदे से जे पवें विच बंदी। कुछ विद्वाना ने ये अर्थ किए ने कि असल च बंदे वो ने जेड़े बंदगी च पैंदे नहीं। प्यारिओ देखो, ये प्रकरण चल रहा है कि मुसलमान वीर अपनी शरअ की गल कर रहा है, अपनी अकीदे की गल कर रहा है, पर वो कह रहा है कि असल च वही बंदे ने जेड़े शरअ की बंदी विच पैंदे ने। बंदी का अर्थ बंदगी नहीं, बंदी का अर्थ है कैद, बंदी का अर्थ है उहदे विच जीना। बंदे से जे पवें विच बंदी वेखण को दीदार, जेड़े अल्लाह का दीदार कर लई शरअ की बंदिश विच रहिंदे ने। ये शब्द मैं कह दियां, शरअ की कैद विच रहिंदे ने। असल च वो ही बंदे ने, बाकी बंदे नहीं। खिमा करो, इतों ही फिर शब्द काफिर जन्म लेंदा है, ये मोमन नहीं। महाराज कहते नहीं, ये तेरा अकीदा है। हुण देखो फिर थोड़ा जिहा ये ना समझो गुरु नानक साहब संकीर्णता की गल करते। गुरु ग्रंथ साहिब च बाबे फरीद साहब जी दे 112 श्लोक ने, 4 शब्द ने। वो इस्लामी शरअ की गल बड़ी ठोक के करते हैं। इत्थों तक कहते ने उठ फरीदा उजू साज, ये शरीयत ही है ना। उठ फरीदा उजू साज सुबह निवाज गुजार, फजर दी सवेर दी नमाज पढ़। जो सिर साई ना निवै सो सिर कप उतार। जेड़ा सिर नमाज विच झुकदा नहीं, उस सिर नूं वढ दिओ धड़ दे नाल। ये शरअ नहीं तां होर की। फिर बेनती उडारी मारिओ थोड़ी जी शब्द दी डंगाई च। वो शरअ की गल करदे कहंदे ने उठ उजू साज, शरीरक क्रिया सोध जेड़ा उजू मुसलमान करदे। फिर अगला शब्द कहंदे ने ओ बेनिवाजा कुत्तिया, जेड़ा शब्द है फरीदा, बेनिवाजा कुत्तिया, ये ना भली रीत की। है शरअ नहीं 5 वक्त की नमाज। फरीदा बेनिवाजा कुत्तिया, ये ना भली रीत, कभी चल ना आया 5 वक्त मसीत। 5 वक्त का मसीत विच आउणा शरअ है। मेरे मन च भी अज जदों मैं अर्थ वाच रहा सां ते मेरे मन च आया, सतगुरु कह रहे हो मुसलमाना सिबत शरीयत पढ़ पढ़ करें विचार। बंदे से जे पवें विच बंदी वेखण को दीदार। मैं अर्थ फिर रिपीट करांगा क्योंकि मेरा मकसद सिर्फ आसा की वार दे अर्थ मेरे और आप जी दे ज़हन विच चले जा। जदों मन च आया महाराज मुसलमाना की शरअ की गल कर रहे हैं, पर बाबा फरीद साहब शरअ की गल करते हैं, 5 वक्त की नमाज की गल करते हैं। पर चेते रखियो बाबा फरीद बड़ा मोमदिल है। किन्ने मोमदिल ने, तुसीं उन्हां दे अखीरले 2 श्लोक किते पढ़ो। वो कहंदे ने ओ मुसलमान, ओ मोमिन, जे तू चाहना रब मेरे अंदर वस जाए, तू रब दे दीदार चाहना, एक काम करी जबान तो इन्ना फिक्का ना बोल कि तेरे बोलां नाल किसे दा अंदर ढह जाए। जे रब नूं पाना चाहना ते लोकां दे दिलां नूं कदी ढाई ना। किड्डे वो मोहम्मदिल ने। उन्हां दा एक अमृत बोल है कि एक फिक्का ना गा लाए। ये अखीर वाले श्लोक ने। एक फिक्का दर ते कौड़ा ना बोल, ना तू फिक्का बोल। क्यों? क्योंकि सारियां दे विच मेरे अल्लाह दा नूर है। ये वाकई मोहम्मदिल ने। एक फिक्का ना गालाए सबना मैं सच्चा धनी, खयाओ ना कही ठाए मानक सब अमोल में। खयाओ दा अर्थ हिरदा, जबान नाल भैड़ा बोल के किसे दे दिल नूं ना तोड़, क्योंकि जिन्नू तू वेखना चाहना बंदे दे दिल विच विश्राम करदा है।
फिर थोड़ा जिहा समझो इस गल नूं। असीं कई वारी लफ्ज़ वरतने, फलाने बंदे ने गल कीती मेरा दिल तोड़ दिता। उन्हें वार कोई नहीं किया, कोई फिजिकल हाथ नहीं चुकिया, लफ्ज़ां नाल दिल टुट गया। इहदा मतलब दिल बड़ा नाजुक है, दिल बड़ा इन्ना नाजुक कि बोल नाल वो भुर जांदा, तिड़क जांदा है। वो गुरु के सिखो, जे दिल इन्ना कोमल ते नाजुक है, एक लफ्ज़ कोई बोले ते दिल तड़कदा है, ते जेड़ा दिल विच मेरा रब बैठा वो किन्ना को नाजुक होवेगा। वो हंसियारा नहीं, वो नफरत करने वाला नहीं। गुरु ग्रंथ साहिब दा पाठ करो गुरमुखो, सच एवे जिस अकिरत कण बंदे नूं घर दे जी भी धक्का मार देण, मेरा रब इन्ना दयालु वो किरत कण नूं भी अपने सीने नाल ला लैंदा है। वो नफरत नहीं करता। बाबा साहब कहते ने एक फिक्का ना गा लाए, सबना मैं सच्चा धनी, सारियां दे विच मेरा महबूब रहिंदा है। खयाओ ना कही ठाहे, किसे दे हिरदे नूं ढाना, मानक सब अमोल में। अगला श्लोक ध्यान नाल सुनो, कहते ने सबना मन मानक ठान मूल मचांगवा। इहदा अर्थ है सारियां दे सीने विच मेरा प्यारा वैगुरू कीमती मोती पिया है, किसे दा दिल ना ढाई। सबना मन मानक ठान मूल मचांगवा, जे तौ पिरिया दी सिख, जे तू रब नूं मिलण दी कश रखना तां खियाओ ना ठाहे, कही दा किसे दे हिरदे नूं भनना। कि बाबा फरीद साहब दी 5 वक्त की नमाज नूं गुरु ग्रंथ साहब कहते गलत है। मैं तां थोड़ा एक्सप्लेन कर रहा कि इस चीज़ नूं समझिए। प्यारिओ, मुसलमान कह रहा कि सिर्फ नमाज की चंगी, एक हिंदू नहीं चंगा ये तां काफिर है, ये सिख नहीं चंगा काफिर है। मेरी बेनती, मैं किसी ते ला गल नहीं कर रहा। तेनू खूब है तू 5 वक्त का नमाजी बन, तेनू खूब है तू रोज़ियां दे दिन विच रोज़े रख, तेनू खूब है तू ज़कात कढ, तू कलमा पढ़, तेनू 5वां दिता है गुण शरा दा, तू हज कर। पर जेड़ा बंदा हज नहीं करन जा रहा, मत सोच के दुनिया विचों धर्मी नहीं। जे बंदा ज़कात ओदा तेरा अकीदा है, पर दूसरे दे अकीदे नू खंडन करके तू कह रहा नहीं ये बंदा चंगा नहीं। फिर बेनती सुनो, मुसलमाना सिफत शरीयत, मुसलमान अपनी शरा दियां सिफतां करदे। मैं फिर शब्द वर देना, कलमा, नमाज, ज़कात, रोज़े, ये जिहड़े शब्द ते हज, ये ओहदे लई मुबारक ने। पर जे तू कहें भी दूजा नहीं कमांदा वो बंदा नहीं, सतगुरु कहते हैं ये गल नहीं जचदी पई। फिर ध्यान नाल सुनियो, मुसलमाना सिफत शरीयत, मुसलमान अपनी शरा दियां किताबां दी सिफत करदे ने। पढ़ पढ़ करें विचार, पढ़ पढ़ के बरीकी जांदे ने, विचारां करदे ने। ते नाल कहंदे ने बंदे से, ਇਹਦਾ अर्थ है ਉਹ ही बंदे ने, ਉਹ ही इंसान ने। कौन? बंदे से जे पवें विच बंदी, जेड़े इस शरा दी बंदिश विच आउंदे ने। मैं बंदी दे अर्थ बंदिश कीते ने, जेड़े इस गल नूं मंनदे ने। बंदे से जे पवें विच बंदी, जेड़ी ਇਹਦੇ बंदिश विच ने। वेखण को दीदार, जिन्हां ने रब दे दीदार करने ने। असल च बंदे ਉਹ ने ਜਿਹੜੇ ਸਾਡੀ ਸ਼ਰਾ ਦੇ ਨੇਮ ਦੇ ਵਿੱਚ ਆਉਂਦੇ ਨੇ। ਬੇਨਤੀ ਸੁਣੋ, ਕਿਉਂਕਿ ਇਹਨਾਂ ਸ਼ਲੋਕਾਂ ਦੇ ਅਰਥ ਅਜੇ ਪਹਿਲਾਂ ਸਪਸ਼ਟ ਨਹੀਂ ਹੋਣਗੇ। ਜਦੋਂ ਅੰਤ ਮੈਂ ਅਰਥ ਕਰਾਂਗਾ ਮਹਾਰਾਜ ਤਤ ਕੀ ਕਹਿੰਦੇ ਨੇ, ਫਿਰ ਸਮਝ ਪਏਗੀ। ਪਰ ਇਸ ਨੂੰ ਹਿੰਦੁਸਤਾਨ ਦੀ ਧਰਤੀ ਤੇ ਬੜਾ ਧੱਕੇ ਨਾਲ ਲਾਗੂ ਕੀਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਕੀ ਹੈ ਕਿ ਤੂੰ ਕਲਮਾ ਪੜ੍ਹ, ਲਾ ਇਲਾਹਾ ਵਾਲਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੀ ਹੈ? तो मैं कई बार कहना कि गुरु तेग बहादुर साहब आप तिलक नहीं लाते, आप जंजू नहीं पाते, आप गायत्री मंत्र नहीं पढ़ते। पर जे किसी दे मत्थे दा तिलक जा जंजू दा मंदिर विचों मंत्र नूं खत्म करन कोई तुरे, तो सच वे गुरु अपने सिर दा बलिदान दे के भी उन्होंने बचाता है। क्योंकि हर बंदे नूं धर्म जीण दा हक है। इत्थे असल च श्लोक च क्या जा रहा है कि तू ये किसे ते क्यों लागू कर रहा है। हुण अगली तुक है, हजूर ने फरमाया कि ये फिर शब्द कह रहे हैं हिंदू सालाही सालाहन, हिंदू वीर ये शब्द वरदे ने। सलाउण जोग परमात्मा की सलाहता करते हैं। दर्शन रूप अपार, दर्शन का अर्थ खट दर्शन, 6 शास्त्र,
ਇਹਨਾਂ ਦੇ ਰਾਹੀਂ ਪਰਮਾਤਮਾ ਦੀ ਸਿਫਤ ਕਰਦੇ ਹਾਂ। ਉਹ ਅਗੰਮ ਹੈ, ਉਹ ਬੇਅੰਤ ਹੈ, ਉਹ ਅਪਾਰ ਹੈ। ਇਹ ਕਹਿ ਰਹੇ ਨੇ, ਸਲੋਤਾ ਕਰ ਰਹੇ ਨੇ, ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ। ਉਸ ਅਦ੍ਰਿਸ਼ਟ ਨੂੰ, ਕਿਉਂਕਿ ਉਹਦਾ ਤਾਂ ਰੂਪ ਰੇਖ ਕੋਈ ਨਹੀਂ, ਉਸ ਅਦ੍ਰਿਸ਼ਟ ਦੀਆਂ ਸਿਫਤਾਂ ਕਰਦੇ ਨੇ ਆਪਣੇ ਗ੍ਰੰਥ ਰਾਹੀਂ। ਪਰ ਮਹਾਰਾਜ ਕਹਿੰਦੇ ਅਗਲਾ ਕੰਮ ਕਰਮਕਾਂਡ ਕੀ ਕਰਦੇ ਨੇ? ਤੀਰਥ ਨਾਵੇਂ, ਤੀਰਥਾਂ ਤੇ ਇਸ਼ਨਾਨ ਵੀ ਕਰਦੇ ਨੇ। ਇੱਕ ਪਾਸੇ ਕਹਿ ਰਹੇ ਨੇ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਤੀਰਥ ਇਸ਼ਨਾਨ ਵੀ ਕਰਦੇ ਨੇ, ਅਰਚਨਾ ਵੀ ਕਰਦੇ ਨੇ, ਪੂਜਾ ਅਰਚਾ ਪੂਜਾ। ਅਗਰ ਵਾਸ ਬਹਿਕਾਰ, ਬਹਿਕਾਰ ਦਾ ਅਰਥ ਹੁੰਦਾ ਮਹਿਕਾਰ, ਮਹਿਕਾਉਣਾ। ਤੀਰਥ ਇਸ਼ਨਾਨ ਵੀ ਕਰਦੇ ਨੇ, ਅਰਚਨਾ ਵੀ ਕਰਦੇ ਨੇ, ਪੂਜਾ ਵੀ ਕੀਤੀ ਜਾਂਦੀ ਹੈ ਮੂਰਤੀ ਦੀ। ਨਾਲ ਸ਼ਬਦ ਵਰਤਿਆ ਧੂਪ ਬੱਤੀ ਜਲਾ ਕੇ ਸੁਗੰਧੀ ਵੀ ਜਿਹੜੀ ਹੈ ਉਹਦੀ ਮਹਿਕ ਫੈਲਾਈ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਇੱਕ ਪਾਸੇ ਸ਼ਾਸਤਰ ਚ ਤੂੰ ਪੜ੍ਹ ਰਹੇ ਹੈ, ਰੂਪ ਰੇਖ ਕੋਈ ਨਹੀਂ, ਦੂਜੇ ਪਾਸੇ ਤੀਰਥ ਇਸ਼ਨਾਨ, ਪੂਜਾ ਅਰਚਾ, ਇਹ ਸਭ ਕੁਝ ਹੋ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਫਿਰ ਦੇਖੋ ਅਗਲਾ ਬਚਨ ਕਿ ਪੂਜਾ ਅਰਚਾ ਕਰਨ ਦੇ ਬਾਵਜੂਦ ਤੇਰੇ ਅੰਦਰ ਦੀ ਸਫਾਈ ਕਿਉਂ ਨਹੀਂ ਹੁੰਦੀ ਪਈ? ਦੇਖੋ ਸਾਰਾ ਜ਼ੋਰ ਇਸ ਗੱਲ ਤੇ ਵੇ। ਥੋੜਾ ਜਾਓ ਮੈਂ ਬਾਣੀ ਚੋਂ ਬੇਨਤੀ ਕਰਾਂਗਾ। ਗੁਰੂ ਸਾਹਿਬ ਨੇ ਕਿਹਾ ਇੱਕ ਬੰਦਾ ਤੀਰਥ ਇਸ਼ਨਾਨ ਤੇ ਜਾ ਰਿਹਾ। ਵੈਸੇ ਤੀਰਥ ਦਾ ਅਰਥ ਹੈ ਪਵਿੱਤਰ। ਜੇ ਧਿਆਨ ਨਾਲ ਦੇਖੋ ਤੀਰਥ ਦਾ ਅਰਥ ਪਵਿੱਤਰ ਵੀ ਹੈ। ਮੰਨ ਲਓ ਤੀਰਥ ਤੇ ਇਸ਼ਨਾਨ ਕਰਨ ਜਾ ਰਿਹਾ, ਉੱਥੇ ਇਸ਼ਨਾਨ ਕਰ ਲਿਆ ਜਲ ਦੇ ਵਿੱਚ, ਪਰ ਮਨ ਦੀ ਮੈਲ ਤਾਂ ਉੱਥੇ ਵੀ ਨਹੀਂ ਗਈ। ਗ੍ਰੰਥ ਨੂੰ ਪੜ੍ਹ ਕੇ ਕਹਿ ਦਿੱਤਾ ਉਹ ਅਦੇਖ ਹੈ, ਅਦ੍ਰਿਸ਼ਟ ਹੈ, ਉਹਦਾ ਰੂਪ ਰੇਖ ਕੋਈ ਨਹੀਂ। ਪਰ ਤੀਰਥ ਇਸ਼ਨਾਨ ਕਰਨ ਤੋਂ ਬਾਅਦ ਉੱਥੇ ਬੈਠੇ ਕੋਈ ਧਾਰਮਿਕ ਆਗੂ ਨੇ ਦਾਨ ਪੁੰਨ ਸਭ ਕੁਝ ਲੈ ਲਿਆ, ਪਰ ਇਹ ਡਾਂਟ ਕੇ ਨਹੀਂ ਕਿਹਾ ਭਲਿਆ ਤੀਰਥ ਇਸ਼ਨਾਨ ਤਾਂ ਹੋਵੇਗਾ ਜੇ ਤੇਰੇ ਅੰਦਰ ਦੀ ਮੈਲ ਵੀ ਧੁੱਪ ਜਾਏਗੀ। ਹੁਣ ਜੇ ਅੰਦਰ ਦੀ ਮੈਲ ਉਸੇ ਤਰ੍ਹਾਂ ਤੀਰਥ ਤੇ ਜਾ ਕੇ ਵੀ ਲੋਕਾਂ ਦੀਆਂ ਜੇਬਾਂ ਕੱਟਦਾ ਪਿਆ, ਉਹਨੇ ਤੀਰਥ ਇਸ਼ਨਾਨ ਕੀ ਕੀਤਾ? ਜਦੋਂ ਕਿਤੇ ਖਿਮਾ ਕਰਿਓ ਦਰਬਾਰ ਸਾਹਿਬ ਜਾਂਦੇ ਆ ਨਾ ਜੀ, ਉਹ ਹੁਣ ਇੱਥੇ ਪਤਾ ਨਹੀਂ ਤੁਹਾਂ ਤੇ ਜੇ ਨਹੀਂ ਲਾਏ, ਮੇਰਾ ਖਿਆਲ ਹੈ ਸਾਰਿਆਂ ਥਾਵਾਂ ਤੇ ਕੈਮਰੇ ਲੱਗੇ ਪਏ ਨੇ। ਇਹਦਾ ਮਤਲਬ ਕਿ ਸਾਰੇ ਬੰਦੇ ਧਰਮ ਸਥਾਨ ਤੇ ਭੈ ਵਾਲੇ ਨਹੀਂ ਜਾਂਦੇ। ਕੈਮਰੇ ਲਾਈ ਉਹਨਾਂ ਵਾਸਤੇ ਨੇ ਜਿਹੜੇ ਰੱਬ ਦੇ ਘਰ ਵਿੱਚ ਵੀ ਜਾ ਕੇ ਬੇਈਮਾਨੀ ਕਰਦੇ ਹੁੰਦੇ। ਸੱਚ ਜੇ ਬੰਦਾ ਬਿਜਲੀ ਦੇ ਕੈਮਰੇ ਤੋਂ ਡਰਦਾ, ਰੱਬ ਦੇ ਕੈਮਰੇ ਤੋਂ ਨਹੀਂ ਜੇ ਡਰਦਾ। ਉਹਨੂੰ ਇਹ ਡਰੇ ਇਹ ਕੈਮਰਾ ਨਾ ਮੈਨੂੰ ਕਿਤੇ ਵੇਖ ਲੈ। ਇਹ ਮੈਂ ਨਿਊਜ਼ੀਲੈਂਡ ਵੀ ਅਰਜ਼ ਕਰਕੇ ਆਇਆ। ਹੁਣ ਤੀਰਥ ਗਿਆ, ਉੱਥੇ ਮਨ ਦੀ ਮੈਲ ਹੀ ਨਹੀਂ ਉਤਰੀ। ਕਿਸੇ ਦਾ ਰੂਪ ਦੇਖ ਦੇਖ ਕੇ ਅੰਦਰ ਮੈਲਾ ਹੋ ਗਿਆ, ਕਿਸੇ ਪ੍ਰਤੀ ਨਫ਼ਰਤ ਨਾਲ ਅੰਦਰ ਮੈਲਾ ਹੋ ਗਿਆ। ਫਿਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਾਮਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ ਕਉ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਕਬੀਰ ਸਾਹਿਬ ਦਾ ਇੱਕ ਬੋਲ ਹੈ, ਕਬੀਰ ਗੰਗਾ ਤੀਰ ਜੋ ਘਰ ਕਰੇ, ਜੇ ਗੰਗਾ ਦੇ ਕਿਨਾਰੇ ਤੇ ਤੂੰ ਆਪਣਾ ਘਰ ਵੀ ਬਣਾ ਲੈ। ਇਹ ਬਾਣੀ ਚ ਬਚਨ ਹੈ। ਤੇ ਰੋਜ਼ਾਨਾ ਨਿਰਮਲ ਨੀਰ ਪੀਵੇਂ ਤੇ ਇਸ਼ਨਾਨ ਵੀ ਕਰੇ। ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਕੱਲੇ ਪਾਣੀ ਨੇ ਕੁਝ ਨਹੀਂ ਕਰਨਾ ਜਿੰਨੀ ਦੇਰ ਤੱਕ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ। ਇਸੇ ਨੂੰ ਸਤਿਗੁਰੂ ਨੇ ਬਾਣੀ ਚ ਕਿਹਾ, ਕਹਿਣ ਲੱਗੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇਸ਼ਨਾਨ ਕਰਨ ਚ ਆਹੀ ਸ਼ਬਦ ਕਹਿ ਰਹੇ ਨੇ। ਉਹ ਭਲਿਆ ਤੂੰ ਧਰਮ ਗ੍ਰੰਥਾਂ ਦੀ ਸ਼ਾਸਤਰਾਂ ਦੀ ਵਿਚਾਰ ਕਰਕੇ ਉਹਦੇ ਦਰਸ਼ਨ ਤੇ ਰੂਪ ਦੀ ਗੱਲ ਕਰਨਾ, ਅਰੂਪ ਹੈ। ਤੀਰਥ ਵੀ ਨਹਾਉਣਾ, ਪੂਜਾ ਵੀ ਕਰਨਾ, ਮੂਰਤੀ ਨੂੰ ਤੂੰ ਧੂਵੱਤੀ ਵੀ ਕਰਨਾ। ਪਰ ਸੱਚਾ ਪਾਤਸ਼ਾਹ ਕਹਿੰਦਾ ਇੰਨੀ ਚਾਰ ਚਵੇਰੇ ਸੁਗੰਧੀ ਬੁਲਾਨਾ ਪਿਆ, ਅੰਦਰ ਤੇਰੇ ਤੇ ਵਾਸ਼ਨਾ ਦੀ ਬਦਬੂ ਨਹੀਂ ਗਈ। ਇਹ ਬਾਹਰ ਕਿਨੂੰ ਸੁਗੰਧੀ ਤੂੰ ਦੱਸਣਾ ਪਿਆ? ਇਹਦਾ ਮਤਲਬ ਇਹ ਵੇ। ਫਿਰ ਮੈਂ ਬੇਨਤੀ ਕਰਾਂ, ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋ ਭਾਏ ਚੜੀਐਸ ਖੋਰ। ਬਾਹਰ ਧੋਤੀ ਤੁੰਬੜੀ ਆ ਲੌਕੀ ਜੀ, ਜਿਹਨੂੰ ਬਾਬਾ ਜੀ ਨੇ ਕਿਹਾ ਲੌਕੀ 68 ਤੀਰਥ ਨਹਾਈ, ਕੌਰਾਪਨ ਤੋਊ ਨਾ ਜਾਈ। ਸਤਿਗੁਰੂ ਕਹਿੰਦੇ ਨੇ ਬਾਹਰ ਤੁੰਬੜੀ ਨੂੰ ਪਾਣੀ 'ਚ ਧੋ ਦਿਓ ਤੀਰਥ ਦੇ ਜਲ ਨਾਲ, ਪਰ ਉਹਦੇ ਅੰਦਰ ਦਾ ਜ਼ਹਿਰ ਉਤਰ ਜਾਊਗਾ। ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ ਨਕੋਰ, ਸਾਧ ਭਲੇ ਅਨਨਾਤਿਆਂ ਚੋਰ ਸੇ ਚੋਰਾਰ ਚੋਰ। ਪਰ ਦੁੱਖ ਇਸ ਚੀਜ਼ ਦਾ ਕਿ ਅੱਜ ਅਸਲੀ ਧਰਮ ਦੀ ਗੱਲ ਬਹੁਤ ਘੱਟ ਹੁੰਦੀ। ਮੈਂ ਅਸਲੀ ਧਰਮ ਤਾਂ ਸ਼ਬਦ ਵਰਤਿਆ, ਧਰਮ ਤਾਂ ਹੁੰਦਾ ਹੀ ਅਸਲੀ, ਇਹ ਸੱਚ ਜੇ। ਧਰਮ ਲਫ਼ਜ਼ ਹੀ ਅਸਲੀ ਹੈ, ਪਰ ਧਰਮ ਦੇ ਨਾਂ ਥੱਲੇ ਜਦੋਂ ਪਰਪੰਚ ਚੱਲਦਾ ਹੈ, ਮੰਨ ਲਓ ਮੈਨੂੰ ਕੋਈ ਪਿਆਰ ਕਰਦਾ ਹੈ,
मैं बाणी च प्रमाण दे रहा। क्यों क्या तीर्थ नहावै अर्चा पूजा अगर वास बेकार। मैनू पता है बंदा सामी बड़ी तकड़ी। छेते रखियो अज असी भी ना जड़ा अरबपति श्रद्धालु वो मुंडे नू कदी कोई नहीं कहता केस रख लै अमृत छक लै। जड़ा रेहड़ी लाण वाला बाबे भी उन्होंने न्याणियां नू दबके मारते हैं। पता इन्हें तो 100 रुपया देना वह मुंडा नाराज करना। ये साडा धर्म है। ये क्यों बाबा जी सारी गल कह रहे हैं। आसा की वार मैं क्या सी आसा की वार के अर्थां नू मैं 5 पौड़ियां हुई ने तो 25 घंटे हो गए ने सिर्फ 5 पौड़ियां ते 24 पौड़ियां तक जांदियां 100 घंटे की कथा होगी। ये ना प्रचारक बख्शिया जाना है, ना ढाडी बख्शिया जाना है, ना प्रबंधक बख्शिया जाना है, ना कोई बाबा सो काल्ड बाबा मतलब सच्चियां दी नहीं बंदगी काल वालियां दी नहीं जिहड़ा प्रपंच करदा। हुण की ये धर्म गरीबां वास्ते है कि धर्म दुखियां वास्ते है। मान लो किसी दे घर पुत्र नहीं हुंदा तू अमृत छक ते जिहदे घर पुत्र नहीं वो क्यों ना अमृत छके। कि धर्म एक लोड़वंदां दी चीज़ है कि धर्म गरीबी दूर करने का एक तरीका है। नहीं मेरी बेनती है मान लो एक बंदा अरबांपति है वो पाप करता है रज के कुकर्म भी करता है। ये साडे विच भी है। असी कदी नहीं पुछदे ये तेरी दौलत कित्थों आई है। कदी मैं भी चलो लंगर असी कदी पुछने तेरे घर जिहड़ी तुहां लंगर छकाया तुहाडी कमाई की है। गुरु नानक किसे घर चो बुरकी भी तोड़दा ते पुछदा दस होए ਜਿਹੜੀ बुरकी तू रोटी तैयार की कणक की कमाई दी आई है। पुछा गया हुण अरबांपति बंदा होवे ते मैं ये लफ्ज़ कहा भी चल कोई गल नहीं तू मैनू दान पुन कर तू गुरुद्वारे उत्ते लवा दी। तीरथ दे उत्ते बैठा होया एक इंसान उन्होंने पता है मेरा जजमान आया है एक करोड़ांपति है। उन्हें कहा भी मैं आ कुछ पाप किए ने। कहने लगा एक काम कर तू इस वारी इशनान कर जा सारे पाप खंडन अगली बार फिर आज ही रिन्यू कर देंगा सब कुछ। तीर्थ इशनान तो रिन्यू बन गया। गुरुद्वारियां दी देख सच्ची गल ये ना समझो भाई साहब नैगेटिव बोलते ने सारा दिन पाप करने आज सवेरे देख गुरुद्वारे ले जाओ यदा मतलब देख तो बाद तेरे पाप कट्टे जाएंगे। गुरु साहब कहते ने तू देख तू तीर्थ नहा रहे हैं पूजा कर रहे हैं 4 चफेरे सेंट छिड़कना पे वो बाहर की समैल बखेरन वाले अंदर की बदबू नूं संभाल तेरा अंदर वासना की महल नाल भरिया है। गुरु साहब की बाणी च मैं बेनती करांगा एक शब्द है महाराज जी का कि इंसान धन दौलत लैके आया उन्हें गंगा या जमुना जो पवित्र तीर्थ उथे इशनान किया पता है पापी है। बैठे पुरोहित ने कह दिता कोई बात नहीं तेरे पिछले गुनाह माफ। वो फिर आउंदा निशंक होके क्योंकि उन्होंने स्टैंप लग गई। मेरे गुरु ग्रंथ साहब कहते ने वो इन्हें आप भी मरना ही तो तेनू भी डोबेगा। तेनू जमा दे घर च तेरे गल च फाही पाई जाएगी। तू कहना मैं तीर्थ इशनान किया उत्थे पुछया जाना नहा के केड़ा तू पवित्र हो गया सा। ये सलोक है जी पाप करें पंचा के बस रे। ध्यान न सुनो 5 विकारां दे अधीन पाप किते तीर्थ नहाए कहें सब उतरे। बस अज टुब्बी ला ली सारे उतर गए। बौर कमावे होए निशंक यही साडे बंदे करते जे। मैं जब मंदिर साहब मत्था टेकन चलिया अज दारू नहीं पीना आके 2 बोतलां कट्ठियां ठोक दित्तियां कल वाला नागा भी पूरा कर लिया। हद हो गई। लोगन राम खलोना जाना हसन वाली गल नहीं जो रब नाल असीं ठगियां मारन दा यतन करने हैं पर वो साडी तय नूं जानदा प्यारिओ। तीर्थ नहा के कह दिता पाप उतर गए। पाप करें पंचा के बसरे तीर्थ नहाए कहें सब उतरे। बौर कमावे होए निसंक। बाबा जी कहने जमपुर बांध खरी कलंक। जमा दे घर नूं जाएगा। मुसलमान अपनी शरा नूं चंगी कह रहा है वो कहता बंदा ही होवे जिहड़ा मेरी शरा नूं मानदा बाकी तो बंदा ही कोई नहीं। ये सच्ची गल है। सारे टीकाकारां ने अर्थ किते ते मैं अर्थ करदिआं खिमा करियो बिल्कुल नहीं किसी की शर्म रख के भी कोई नाराज ना हो जाए। बाबा जी कहते मुसलमाना सिबत शरीयत पढ़ पर करें विचार बंदे से जे पवह बिच बंदी वेखण को दीदार। हिंदू सा लाही सा लाहन दर्शन रूप अपार। वो दर्शन नूं फिलासफी के ग्रंथां नूं पढ़ते हैं उस अरूप के रूप नूं बयान करते हैं उन्होंने अपार कह रहे हैं ते जिन्हों अपार कह रहे हैं मूर्ति विच बन्नी बैठे। फिर गल सुनियो जिन्हों बेअंत कहते पे ने उन्होंने एक दायरे तक सीमित किया
ਤੀਰਥ ਨਾਵੇਂ, ਤੀਰਥ ਇਸ਼ਨਾਨ ਕਰਦੇ ਨੇ, ਪਰ ਮਹਾਰਾਜ ਨਾਲ ਕਹਿੰਦੇ ਨੇ ਅਰਚਾ ਪੂਜਾ, ਅਰਚਨਾ ਵੀ ਕਰਦੇ ਨੇ, ਪੂਜਾ ਵੀ ਕਰਦੇ ਨੇ। ਅਗਰਵਾਸ, ਆਹ ਜਿਹੜੀ ਅਗਰਵਾਸ ਸੁਗੰਧੀ ਚੰਦਨ ਸ਼ਬਦ ਵਰਤਣਾ ਸੌਖਾ ਹੋਵੇਗਾ। ਕਹਿੰਦੇ ਨੇ ਉਹ ਸੁਗੰਧੀ ਅਗਰਵਾਸ ਬਹਿਕਾਰ, ਬਹਿਕਾਰ ਮਹਿਕਾਰ ਮਤਲਬ ਮਹਿਕਣਾ। ਅੱਗੇ ਮਹਾਰਾਜ ਹੁਣ ਤੀਜੀ ਗੱਲ ਕਰਦੇ ਨੇ ਜੋਗੀ ਦੀ, ਕਹਿਣ ਲੱਗੇ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਹੁਣ ਤੀਸਰਾ ਆ ਗਿਆ ਜੋਗੀ, ਕਹਿੰਦੇ ਉਹਦੇ ਆਪਣੇ ਆਪਣੇ ਚਿੰਨ੍ਹ ਨੇ, ਜਿਵੇਂ ਹਿੰਦੂ ਵੀਰ ਦਾ ਤਿਲਕ ਹੈ, ਜੰਨੂ ਹੈ, ਸੰਧਿਆ ਹੈ, ਕਖਾਈ ਧੋਤੀ ਹੈ, ਗਾਇਤਰੀ ਮੰਤਰ ਹੈ। ਹੁਣ ਜੋਗੀ ਦੇ ਆਪਣੇ ਨੇ, ਕੰਨਾਂ 'ਚ ਮੁੰਦਰਾ ਨੇ, ਹੱਥ 'ਚ ਖੱਪਰ ਹੈ, ਗਲ 'ਚ ਖਫਣੀ। ਉਹ ਸੁਨ ਅਫੁਰ ਦਾ ਧਿਆਨ ਲਾਉਂਦਾ ਹੈ। ਜੋਗੀ ਸੁਨ ਧਿਆਵਨ, ਧਿਆਵਨ ਜੇਤੇ ਅਲਖ ਨਾਮ ਕਰਤਾਰ। ਸੁਨ ਅਫੁਰ ਅਵਸਥਾ ਹੈ, ਸੱਚ ਜਿੱਥੇ ਕੋਈ ਫੁਰਨਾ ਨਹੀਂ, ਉਹਦੇ ਥਾਂ ਤੇ ਆਪਣੇ ਧਿਆਨ ਨੂੰ ਇਕਾਗਰ ਕਰਦਾ ਹੈ, ਤੇ ਉਸ ਕਰਤਾਰ ਨੂੰ ਅਲਖ ਕਹਿੰਦਾ, ਕਿਉਂਕਿ ਅਲਖ ਕਹਿ ਕੇ ਕਿ ਉਹ ਨਾਮ ਜਪਦਾ ਹੈ ਨਾ ਜੀ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ, ਕਰਤਾਰ ਦੇ ਨਾਮ ਨੂੰ ਅਲਖ ਅਲਖ ਕਹਿ ਕੇ ਪੁਕਾਰਦਾ। ਮਹਾਰਾਜ ਕਹਿੰਦੇ ਸੂਖਮ ਮੂਰਤ ਨਾਮ ਨਿਰੰਜਨ। ਉਹ ਕਹਿੰਦਾ ਵੀ ਪਰਮਾਤਮਾ ਸੂਖਮ ਤੋਂ ਸੂਖਮ ਹੈ। ਜਦੋਂ ਉਹਦਾ ਧਿਆਨ ਟਿਕਾਉਂਦਾ, ਇਹ ਗੱਲ ਕੋਈ ਸ਼ੱਕ ਨਹੀਂ, ਉਹ ਸੂਖਮ ਵੀ ਹੈ, ਉਹ ਅਸਥੂਲ ਵੀ। ਪਰ ਗੁਰੂ ਸਾਹਿਬ ਕਹਿੰਦੇ ਨੇ ਉਹ ਕਰਤਾਰ ਨੂੰ ਅਲਖ ਕਹਿ ਰਿਹਾ, ਅਲਖ ਅਲਖ ਕਹਿ ਕੇ ਜਪਦਾ। ਤੇ ਸੂਖਮ ਮੂਰਤ ਨਾਮ ਨਿਰੰਜਨ। ਨਿਰੰਜਨ ਦਾ ਅਰਥ ਹੈ ਜਿਹਦੇ ਉੱਪਰ ਮਾਇਆ ਦੀ ਕਾਲਕ ਨਹੀਂ। ਅੰਜਨ ਦਾ ਅਰਥ ਹੁੰਦਾ ਹੈ ਸੁਰਮਾ, ਨਿਰਅੰਜਨ ਦਾ ਅਰਥ ਅਖਰੀ ਅਰਥ ਹੈ ਜਿਸ ਉੱਪਰ ਮਾਇਆ ਦੀ ਕਾਲਕ ਨਹੀਂ, ਨਿਰਲੇਪ ਹੈ, ਉਹਨੂੰ ਕਹਿੰਦਾ ਸੂਖਮ ਹੈ। ਜੋਗੀ ਕਹਿੰਦਾ ਉਹਦਾ ਨਾਮ ਨਿਰੰਜਨ ਹੈ। ਕਾਇਆ ਕਾ ਆਕਾਰ, ਗੱਲ ਸੁਣਿਓ, ਇੱਕ ਪਾਸੇ ਉਹਨੂੰ ਕਹਿ ਰਿਹਾ ਸੂਖਮ ਹੈ, ਉਹ ਨਿਰੰਜਨ ਹੈ, ਉਹ ਮੂਰਤ ਉਹਦੀ ਬਣਦੀ ਨਹੀਂ। ਦੂਜੇ ਪਾਸੇ ਧਿਆਨ ਟਿਕਾ ਕੇ ਕਹਿੰਦਾ ਹੈ ਕਿ ਜਦੋਂ ਉਹਨੇ ਝਲਕ ਦੇਣੀ ਹੈ ਤੇ ਕਾਇਆ ਦਾ ਆਕਾਰ ਬਣਾ ਕੇ ਦੇਣੀ ਹੈ। ਮਹਾਰਾਜ ਕਹਿੰਦੇ ਨੇ ਉਹ ਆਪਣੀ ਫਿਲਾਸਫੀ ਦੱਸ ਰਿਹਾ ਹੈ। ਕਾਇਆ ਕਾ ਆਕਾਰ, ਇਹਦਾ ਮਤਲਬ ਹੁਣ ਤਿੰਨ ਹੋ ਗਏ, ਪਹਿਲਾ ਮੁਸਲਮਾਨ, ਫਿਰ ਹਿੰਦੂ, ਤੀਸਰਾ ਆ ਗਿਆ ਜੋਗੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੇ ਜੋਗ ਦੀ ਜਿਹੜੀ ਵਿਆਖਿਆ ਕੀਤੀ ਉਹ ਬੜੇ ਕਮਾਲ ਦੀ, ਕਿਉਂਕਿ ਇੱਥੇ ਮਹਾਰਾਜ ਸਿਰਫ ਅਜੇ ਉਹਨਾਂ ਦੇ ਖਿਆਲ ਦੇ ਰਹੇ ਨੇ, ਆਪਣਾ ਖਿਆਲ ਨਹੀਂ ਦੇ ਰਹੇ ਗੁਰੂ ਸਾਹਿਬ। ਉਹ ਕੀ ਕਹਿਣਾ ਚਾਹੁੰਦੇ ਨੇ ਅਖੀਰ ਤੇ ਬੋਲਣਗੇ। ਮਹਾਰਾਜ ਕਹਿੰਦੇ ਨੇ ਜੋਗੀ ਸੁਣ ਵੀ ਧਿਆਨ ਟਿਕਾਉਂਦਾ, ਸੂਖਮ ਮੂਰਤ ਦੀ ਗੱਲ ਕਰਦਾ, ਪਰ ਆਕਾਰ ਉਹ ਵੀ ਮੰਗਦਾ। ਉਹ ਕਹਿ ਰਿਹਾ ਨਿਰਾਕਾਰ ਹੈ, ਜਦੋਂ ਸੁਣ 'ਚ ਜਾਏਗਾ ਆਕਾਰ ਬਣੇਗਾ ਕੋਈ, ਪਰ ਉਹ ਵੀ ਆਕਾਰ ਮੰਗਦਾ, ਕਾਇਆ ਕਾ ਆਕਾਰ ਬਣਾ ਕੇ ਪੂਜਦਾ। ਮਹਾਰਾਜ ਨੇ ਤਿੰਨਾਂ ਦੀ ਗੱਲ ਕਰਨ ਤੋਂ ਬਾਅਦ ਕਿਹਾ ਆਓ ਹੁਣ ਦਾਨੀਆਂ ਵੱਲ ਝਾਤੀ ਮਾਰੋ। ਸਤਿਗੁਰੂ ਕਹਿੰਦੇ ਨੇ ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਇੱਥੇ ਸਤੀਆਂ ਦਾ ਅਰਥ ਦੂਜੀ ਸਤੀ ਨਹੀਂ ਕਰਨਾ, ਜਿਹੜੀ ਪਤੀ ਦੀ ਡੈਥ ਤੋਂ ਬਾਅਦ ਨਾਲ ਸੜਦੀ। ਇੱਥੇ ਸਤੀਆਂ ਦਾ ਅਰਥ ਹੈ ਸਤਵਾਦੀ, ਦਾਨੀ ਪੁਰਸ਼। ਉਹਨਾਂ ਦੇ ਮਨ 'ਚ ਆਇਆ ਵੀ ਆਪਾਂ ਦਾਨ ਕਰਨਾ। ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰੇ। ਇਹਦੇ ਅਰਥ ਸ਼ੁਰੂ ਕਰਾਂਗੇ। ਦੇਣੇ ਕਹਿ ਵਿਚਾਰ, ਦਾਨੀ ਦੇ ਮਨ ਵਿੱਚ ਆਇਆ ਵੀ ਮੈਂ ਦੇਣਾ ਹੈ ਕੁਛ, ਉਹਨੇ ਦੇਣ ਦਾ ਫੁਰਨਾ ਬਣਾਇਆ। ਫਿਰ ਇੱਕ ਕੰਮ ਕੀਤਾ, ਮਨ ਸੰਤੋਖ ਉਪਜੈ, ਉਹਨੇ ਕਿਹਾ ਇੱਥੋਂ ਵੀ ਪੈਸਾ ਬਚਾਓ, ਇੱਥੋਂ ਵੀ ਬਚਾਓ, ਧਰਮ ਦੇ ਨਾਂ ਤੇ ਆਪਾਂ ਦਾਨ ਕਰਨਾ ਹੈ। ਮਤਲਬ ਖਿਆਲ ਆ ਗਿਆ। ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ। ਹੁਣ ਮੰਨ ਲਓ ਉਹ ਦਾਨੀ ਨੇ ਦਾਨ ਕਰਨਾ। ਇੱਕ ਮੈਂ ਬੇਨਤੀ ਤੁਹਾਨੂੰ ਕਰ ਦਿਆਂਗਾ, ਮੰਨਿਓ ਨਾ ਮੰਨਿਓ ਆਪੋ ਆਪਣੀ ਅੰਦਰ ਦੀ ਬਿਰਤੀ ਹੈ। ਮੇਰਾ ਅੰਦਰ ਕਹਿੰਦਾ ਹੈ ਕਿ ਗੁਰੂ ਤੇ ਰੱਬ ਨੂੰ ਕਦੀ ਇਹ ਸ਼ਬਦ ਨਾ ਕਹੀਏ ਮੈਂ ਤੈਨੂੰ ਦਾਨ ਦਿੱਤਾ ਹੈ। ਨਹੀਂ, ਦਾਨ ਜਿਹੜਾ ਲੈਂਦਾ ਉਹਦਾ ਹੱਥ ਇਸ ਤਰ੍ਹਾਂ ਹੁੰਦਾ ਹੈ, ਜਿਹੜਾ ਦਿੰਦਾ ਉਹਦਾ ਹੱਥ ਇਸ ਤਰ੍ਹਾਂ ਹੁੰਦਾ ਹੈ। ਅਗਲੀ ਗੱਲ, ਦਾਨ ਲੋੜਵੰਦ ਨੂੰ ਦਿੱਤਾ ਜਾਂਦਾ ਹੈ ਤੇ ਜਿਹੜਾ ਦਿੰਦਾ ਉਹ ਦਾਤਾ ਬਣ ਜਾਂਦਾ ਹੁੰਦਾ ਹੈ। ਗੱਲ ਸੁਣੋ, ਗੁਰੂ ਨੂੰ ਕੋਈ ਦਾਨ ਨਹੀਂ ਦੇ ਸਕਦਾ, ਗੁਰੂ ਨੂੰ ਭੇਟਾ ਦਿੱਤੀ ਜਾ ਸਕਦੀ ਹੈ। ਤੁਸੀਂ ਕਦੀ ਦੇਖੋ ਆਪਣੀ ਗੁਟਕੇ ਸਾਹਿਬ, ਜਦੋਂ ਤੁਸੀਂ ਦੇਖੋਗੇ ਉੱਥੇ ਕਦੀ ਮੁੱਲ ਨਹੀਂ ਲਿਖਿਆ, ਉੱਥੇ ਲਿਖਿਆ ਭੇਟਾ। ਇਸ ਤਰ੍ਹਾਂ ਹੈ ਨਾ ਜੀ। ਪੋਥੀ ਸਾਹਿਬ ਉੱਤੇ ਲਿਖਿਆ ਭੇਟਾ। ਕੀਰਤਨ ਭਾਈ ਸਾਹਿਬ ਕਰਦੇ ਨੇ, ਅਸੀਂ ਪੁੱਛਨੇ ਆ, ਕਦੀ ਪੁੱਛਦੇ ਨਹੀਂ ਤੇਰਾ ਮੁੱਲ ਕੀ ਹੈ।
ਇਹ ਗੱਲ ਵੱਖਰੀ ਕਿ ਕਈ ਮੁੱਲ ਪਾਣ ਲੱਗ ਪਏ ਆ, ਪਰ ਯਾਦ ਰੱਖਿਓ ਗੁਰੂ ਨੇ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਸੀ ਲਿਖਿਆ ਕਿ ਬਾਣੀ ਦਾ ਹੱਕ ਰਾਖਵੇਂ, ਇਹਨੂੰ ਹੋਰ ਕੋਈ ਨਾ ਪੜ੍ਹੇ। ਉਹਨੇ ਕਿਹਾ ਜਿਹੜਾ ਸਭ ਦਾ ਪਾਰ ਉਤਾਰਾ ਹੋਵੇਗਾ। ਪਰ ਆਪਾਂ ਕੀਮਤ ਨਹੀਂ ਕਹਿੰਦੇ, ਅਸੀਂ ਕਹਿੰਦੇ ਆ ਕੀਰਤਨ ਦੀ ਭੇਟਾ ਕੀ ਹੈ, ਅਖੰਡ ਪਾਠ ਸਾਹਿਬ ਦੀ ਭੇਟਾ ਕੀ ਹੈ, ਕੜਾਹ ਪ੍ਰਸ਼ਾਦ ਦੀ ਭੇਟਾ ਕੀ। ਮੁੱਲ ਸ਼ਬਦ ਕਿਉਂ ਨਹੀਂ ਵਰਤਦੇ? ਕਦੀ ਕਿਸੇ ਨੇ ਕਿਹਾ ਕੜਾਹ ਦਾ ਮੁੱਲ ਕੀ ਹੈ, ਪਾਠ ਦਾ ਮੁੱਲ ਕੀ ਹੈ? ਕਿਉਂਕਿ ਭੇਟਾ ਦੇ ਅਰਥ ਬੜੇ ਗਹਿਰੇ ਨੇ। ਭੇਟਾ ਦਾ ਅਰਥ ਹੁੰਦਾ ਹੈ ਕਿ ਦਿੱਤਾ ਤੇਰਾ ਹੈ, ਤੇਰੇ ਦਿੱਤੇ ਵਿੱਚੋਂ ਮੈਂ ਕੁਝ ਭੇਟਾ ਕਰਨ ਵਾਸਤੇ ਆਇਆ। ਫਿਰ ਬੇਨਤੀ ਹੈ, ਹੁਣ ਇੱਕ ਬੰਦਾ ਗੁਰੂ ਕੋਲੋਂ ਲੈ ਤੇ ਉਹਦੀ ਦਿੱਤੀ ਦਾਤ ਵਿੱਚੋਂ ਕਹੇ ਮੈਂ ਤੈਨੂੰ ਦਾਨ ਕਰਨ ਆਇਆ। ਸਿੱਖ ਕਦੀ ਗੁਰੂ ਨੂੰ ਦਾਨ ਨਹੀਂ ਕਰਦਾ ਪਿਆਰਿਓ, ਸਿੱਖ ਗੁਰੂ ਦੀ ਦਿੱਤੀ ਹੋਈ ਦਾਤ ਵਿੱਚੋਂ ਗੁਰੂ ਨੂੰ ਭੇਟਾ ਦਿੰਦਾ ਹੈ ਕਿ ਦਿੱਤੀ ਤੇਰੀ ਹੈ। ਇਹਨੂੰ ਫਿਰ ਥੋੜਾ ਜਿਹਾ ਮੈਂ ਬੇਨਤੀ ਕਰਦੇ ਹਾਂ। ਪੁਰਾਤਨ ਸਮੇਂ ਜਦੋਂ ਰਜਵਾੜਾ ਰਾਜ ਹੁੰਦਾ ਸੀ ਨਾ ਜੀ, ਮੰਨ ਲਓ ਇੱਕ ਰਾਜਾ ਕਿਸੇ ਨੂੰ ਜਾਗੀਰ ਦਿੰਦਾ, ਕਿਸੇ ਨੂੰ ਕੁਝ ਪਿੰਡ ਦੇ ਦਿੰਦਾ, ਤੇ ਉਹ ਜਾਗੀਰਦਾਰ, ਉਹ ਪਿੰਡਾਂ ਦਾ ਮਾਲਕ ਆਪਣੇ ਰਾਜੇ ਵਾਸਤੇ ਜਦੋਂ ਲੈ ਕੇ ਆਉਂਦਾ ਸੀ, ਉਹ ਕਦੀ ਕਹਿੰਦਾ ਸੀ ਰਾਜਨ ਮੈਂ ਤੈਨੂੰ ਖੈਰਾਤ ਦੇਣ ਆਇਆ, ਮੈਂ ਤੈਨੂੰ ਦਾਨ ਦੇਣ ਆਇਆ। ਉਹ ਕਹਿੰਦਾ ਸੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਮੈਂ ਤੁੱਛ ਜੀ ਭੇਟਾ ਦੇਣ ਵਾਸਤੇ ਆਇਆ। ਇਹਦਾ ਮਤਲਬ ਦਿੱਤਾ ਤੇਰਾ ਹੋਇਆ। ਜਦੋਂ ਦਾਨ ਸ਼ਬਦ ਅਸੀਂ ਵਰਤਨੇ ਆ ਨਾ, ਨਹੀਂ ਨਹੀਂ ਪਿਆਰਿਓ, ਗੋਲਕ ਤੇ ਕਦੀ ਨਾ ਲਿਖੋ ਦਾਨ ਪਾਤਰ, ਨਹੀਂ ਨਹੀਂ, ਗੋਲਕ ਦਾਨ ਪਾਤਰ ਨਹੀਂ। ਹੋ ਸਕਦਾ ਮੇਰੇ ਨਾਲ ਤੁਸੀਂ ਸਹਿਮਤ ਹੋਵੋਗੇ, ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਣੇ ਗਾਵਾਰ। ਸਤਿਗੁਰੂ ਕਹਿੰਦੇ ਨੇ ਦਾਨੀ ਦੇ ਮਨ 'ਚ ਖਿਆਲ ਆਇਆ ਮੈਂ ਦਾਨ ਕਰਨਾ ਹੈ, ਪਰ ਉਹਦੇ ਅੰਦਰ ਇੱਕ ਸੰਤੋਖ ਆ ਗਿਆ, ਉਹਨੇ ਆਪਣੇ ਖਾਣ ਪਾਣ ਤੇ ਸੰਕੋਚ ਕਰ ਲਿਆ। ਪੈਸੇ ਇਕੱਠੇ ਹੋ ਜਾਣ, ਸਤਿਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਮੈਂ ਦੇਣਾ ਹੈ, ਇਹ ਖਿਆਲ ਆ ਗਏ। ਹੁਣ ਅਗਾਂਹ ਕੀ ਹੋਇਆ? ਉਹ ਵੀ ਵਪਾਰੀ ਨਿਕਲਿਆ। ਫਿਰ ਗੱਲ ਧਿਆਨ ਨਾਲ ਸੁਣੋ, ਮੁਸਲਮਾਨ ਆਪਣੀ ਸ਼ਰ੍ਹਾ ਦਾ ਢੋਲ ਖੜਕਾਈ ਜਾਂਦਾ, ਹਿੰਦੂ ਆਪਣੀ ਅਰਚਾ ਪੂਜਾ ਦੀ ਜੈ ਜੈਕਾਰ ਕਰੀ ਜਾਂਦਾ, ਜੋਗੀ ਅਲੱਖ ਲੱਖ ਦੀ ਗੱਲ ਕਰੀ ਕਹਿੰਦਾ। ਮਹਾਰਾਜ ਕਹਿੰਦੇ ਦਾਨੀਆਂ ਵੱਲ ਦੇਖੋ, ਇਹ ਕਰਦੇ ਕੀ ਨੇ? ਸਤਿਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ। ਇਹ ਸਮਝ ਗਏ ਆਪ ਜੀ? ਸਹਿਸ ਦਾ ਅਰਥ ਹੁੰਦਾ ਹਜ਼ਾਰ, ਇੱਕ ਸਹਿਸ ਦਾ ਅਰਥ ਹੁੰਦਾ ਤੋਖਲਾ। ਸਹਿਸੈ ਜਿਉ ਮਲੀਨ ਹੈ, ਉਹ ਹਜ਼ਾਰ ਨੇ। ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਬਸ ਆਹ ਬਿਮਾਰੀ ਸੱਚੀ ਗੱਲ, ਜੇ ਇਹਦੇ ਤੋਂ ਬਚ ਗਏ ਨਾ ਤੇ ਕਿਰਤ ਸਫਲੀ ਹੋ ਗਈ। ਹੁਣ ਦਾਨੀ ਨੇ ਕਿਹਾ ਮੈਂ ਦਾਨ ਕਰਨਾ, ਤੇ ਕਹਿੰਦੇ ਰੱਬ ਨਾਲ ਸਮਝੌਤਾ ਕਰਨ ਲੱਗਾ। ਦੇ ਦੇ ਮੰਗੈ ਸਹਿਸਾ ਗੁਣਾ, ਕਹਿੰਦਾ ਮੈਂ ਤੇਰੇ ਨਾਂ ਤੇ 1 ਰੁਪਈਆ ਦਾਨ ਕੀਤਾ ਹੈ, ਮੈਨੂੰ ਯਕੀਨ ਹੈ ਅਗਲੇ ਸਾਲ ਤੱਕ ਮੇਰਾ 1 ਰੁਪਈਆ ਦਾਨ ਕੀਤਾ ਹੋਇਆ 1000 ਦੇ ਰੂਪ ਵਿੱਚ ਤੂੰ ਮੋੜੇਗਾ। ਮੇਰੀ ਗੱਲ ਸਮਝਿਓ, ਦੇ ਦੇ ਮੰਗੈ ਸਹਿਸਾ ਗੁਣਾ, ਇਹਦੇ ਅਰਥ ਨੇ ਦੇਂਦਾ 1 ਗੁਣਾ ਹੈ ਤੇ ਮੰਗਦਾ 1000 ਗੁਣਾ। ਤੁਸੀਂ ਸਿਆਣੇ ਬੈਠੇ ਹੋ, ਇੰਨੀ ਵਿਆਜ ਤਾਂ ਕਦੀ ਕੋਈ ਸ਼ਾਹੂਕਾਰ ਵੀ ਨਹੀਂ ਲਾਂਦਾ ਹੁੰਦਾ। ਆੜਤੀ ਕਦੀ ਇੰਨੀ ਵਿਆਜ ਲਾਂਦਾ ਦੇਖਿਆ ਤੁਸੀਂ? ਵੀ 1 ਰੁਪਈਆ ਲੈ ਲੈ ਤੇ ਅਗਲੇ ਸਾਲ ਮੈਂ 999 ਜੋੜ ਕੇ ਤੇਰੇ ਤੋਂ ਵਾਪਸ ਲਾਂਗਾ, 1000 ਲਾਂਗਾ। ਗੁਰੂ ਕਹਿੰਦਾ ਕਿਹਦਾ ਦਾਨ ਕਰਦੇ ਪਏ ਓਏ? 1 ਰੁਪਈਆ ਗੋਲਕ 'ਚ ਪਾਉਂਦੇ ਹੋ ਤੇ ਨਾਲ ਜੀਵ ਹਿਲਾ ਕੇ ਕਹਿੰਦੇ ਪਏ ਹੋ ਕੋਈ ਨਹੀਂ, 1 ਤੈਨੂੰ ਦੇ ਦਿੱਤਾ, ਅਗਲੇ ਸਾਲ ਤੱਕ 1000 ਕਰਦੀ ਮੇਰਾ। ਫਿਰ ਇੱਥੇ ਬਸ ਨਹੀਂ, ਪ੍ਰਬੰਧਕਾਂ ਦੀ ਸ਼ਾਮਤ ਆ ਜਾਂਦੀ ਜੇ ਅਨਾਉਂਸਮੈਂਟ ਨਾ ਹੋਈ ਤਾਂ। ਦੇ ਦੇ ਮੰਗੈ ਸਹਿਸਾ ਗੁਣਾ, ਦੇਂਦਾ 1 ਗੁਣਾ, ਮੰਗਦਾ 1000 ਗੁਣਾ। ਤੇ ਫਿਰ ਨਾਲ ਇਹ ਕਹਿੰਦਾ ਸ਼ੋਭ ਕਰੇ ਸੰਸਾਰ, ਲੋਕਾਂ ਨੂੰ ਦੱਸੋ ਮੈਂ ਇੰਨਾ ਕੁਝ ਦੇ ਕੇ ਆਇਆ। ਮੇਰਾ ਗੁਰੂ ਕਹਿੰਦਾ ਇਹ ਕਾਹਦਾ ਦਾਨ ਹੋ ਗਿਆ? ਕੀ ਆਪਾਂ ਏਡੀ ਵੱਡੀ ਗੁਰਮਤ ਨੂੰ ਕਮਾ ਸਕਾਂਗੇ? 1 ਗੁਣਾ ਮੰਗਦਾ ਹੈ, 1 ਗੁਣਾ ਦਿੰਦਾ ਹੈ, 1000 ਗੁਣਾ ਮੰਗਦਾ ਹੈ, ਤੇ ਫਿਰ ਨਾਲ ਕਹਿੰਦਾ ਮੇਰੀ ਸ਼ੋਭਾ ਜ਼ਰੂਰ ਕਰੋ। 10 ਬੰਦਿਆਂ ਨੂੰ ਦੱਸੋ ਤਾਂ ਸਹੀ ਮੈਂ ਇੰਨਾ ਕੁਝ ਕੀਤਾ ਹੈ। ਮੈਂ ਫਿਰ ਬੇਨਤੀ ਕਰਾਂ, ਮਸਕੀਨ ਸਾਹਿਬ ਨੇ ਇੱਕ ਵਾਰੀ ਆਪਣੀ ਕਥਾ 'ਚ ਇਹ ਗੱਲ ਕੋਟ ਕੀਤੀ ਸੀ। ਮੈਂ ਉਹ ਕਿਉਂਕਿ ਉਸ ਮਹਾਂਪੁਰਖ ਦਾ ਨਾਂ ਲੈ ਕੇ ਜਿਨ੍ਹਾਂ ਦੇ ਖਿਆਲ ਨੇ, ਉਹ ਕਹਿੰਦੇ ਮੈਂ ਪਟਨਾ ਸਾਹਿਬ ਗਿਆ ਤੇ ਕਥਾ ਕਰਦੇ ਸਨ, ਹਰ ਗੁਰਪੁਰਬ ਤੇ ਜਾਣਾ, ਮਾਘ ਦਾ ਮਹੀਨਾ ਵੀ ਉੱਥੇ ਰਹਿਣਾ। ਉਹ ਕਹਿੰਦੇ ਨੇ ਸ਼ਾਮ ਦਾ ਵੇਲਾ ਸੋਦਰ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਾਂ ਤੇ ਇੱਕ ਬਜ਼ੁਰਗ ਫਰਸ਼ ਦੇ ਉੱਤੇ ਹੱਥ ਪਿਆ ਮਾਰੇ।
ਕਹਿੰਦੇ ਸੋਚਿਆ ਸ਼ਾਇਦ ਕੋਈ ਚੀਜ਼ ਗਵਾਚ ਗਈ ਹੋਣੀ। ਕਹਿੰਦੇ ਅਸੀਂ ਪਾਠ ਦਾ ਭੋਗ ਪਾਇਆ, ਕੋਲ ਜਾ ਕੇ ਪੁੱਛਿਆ ਬਜ਼ੁਰਗਾ ਬਾਬਾ ਤੇਰੀ ਕੋਈ ਚੀਜ਼ ਗਵਾਚ ਗਈ? ਕਿ ਕਹਿਣ ਲੱਗਾ ਨਹੀਂ ਗਵਾਚਾ ਤਾਂ ਕੁਛ ਨਹੀਂ। ਕਹਿੰਦੇ ਤੂੰ ਕਿੰਨੀ ਦੇਰ ਦਾ ਨਜ਼ਰ ਟਿਕਾ ਟਿਕਾ ਕੇ ਫਰਸ਼ ਤੇ ਹੱਥ ਮਾਰ ਮਾਰ ਕੇ ਕੁਝ ਟੋਹ ਰਹੇ, ਕੁਝ ਲੱਭ ਰਹੇ, ਜੇ ਕੁਝ ਗਵਾਚਾ ਹੈ ਤਾਂ ਅਸੀਂ ਲੱਭ ਦਈਏ। ਕਹਿਣ ਲੱਗੇ ਗਵਾਚਾ ਤਾਂ ਕੁਝ ਨਹੀਂ, ਪਿਛਲੇ ਸਾਲ ਆਇਆ ਸਾਂ ਤੇ ਕੁਛ ਦਮੜੇ ਦੇ ਗਿਆ ਸਾਂ, ਮੈਨੇਜਰ ਸਾਹਿਬ ਕਹਿੰਦੇ ਸਨ ਅਗਲੇ ਸਾਲ ਤੇਰਾ ਨਾਂ ਪੱਥਰ ਤੇ ਹੋਵੇਗਾ। ਮੈਂ ਤਾਂ ਸ਼ਾਮ ਦਾ ਨਾਂ ਹੀ ਲੱਭਣਾ ਪਿਆ, ਪਤਾ ਨਹੀਂ ਕਿੱਥੇ ਕਰਕੇ ਮੇਰਾ ਨਾਮ ਲਿਖਿਆ। ਮਸਕੀਨ ਸਾਹਿਬ ਨੇ ਗੱਲ ਕੀ, ਕਹਿੰਦਾ ਜਾਓ ਬਜ਼ੁਰਗਾ, ਜਿੱਥੋਂ ਰੱਬ ਦਾ ਨਾਮ ਲੱਭਣਾ ਉੱਥੇ ਵੀ ਆਪਣਾ ਹੀ ਨਾਮ ਲੱਭਣਾ ਪਿਆ, ਜਿੱਥੋਂ ਸਾਈਂ ਦਾ ਨਾਮ ਲੱਭਣਾ ਹੈ। ਕੀ ਇਹ ਸਾਡੀ ਅਵਸਥਾ ਨਹੀਂ? ਨਹੀਂ ਗੁਰਮਖੋ, ਉਹਦੀਆਂ ਦਿੱਤੀਆਂ ਦਾਤਾਂ 'ਚੋਂ ਅਸੀਂ ਭੇਟਾ ਕਰਨੀ ਹੈ, ਉਹਨੂੰ ਵਿਆਜ ਨਾ ਲਾਈਏ। ਇਹ ਨਹੀਂ ਹਾਂ ਉਹ ਦੇਣ ਤੇ ਆਵੇਗਾ ਨਾ, ਤੁਸੀਂ ਹਜ਼ਾਰਾਂ ਦੀ ਗੱਲ ਕਹਿੰਦੇ ਹੋ, ਅਰਬਾਂਪਤੀ ਬਣਾ ਦੇਗਾ, ਪਰ ਵਪਾਰੀ ਬਣ ਕੇ ਸੌਦਾ ਨਾ ਕਰੀ ਮੈਂ ਇੰਨੇ ਦਿੱਤੇ ਤੇ ਤੂੰ ਮੈਨੂੰ ਕੀ ਦਿੱਤਾ ਹੈ। ਨਹੀਂ ਨਹੀਂ, ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਸਤਿਆਂ ਮਨ ਸੰਤੋਖ ਉਪਜੈ। ਉਹਨਾਂ ਜੋੜਨੇ ਸ਼ੁਰੂ ਕਰ ਦਿੱਤੇ ਦੇਣ ਦੀ ਬਿਰਤੀ ਨਾਲ। ਦੇਣਾ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ। ਦਿੰਦੇ ਇੱਕ ਗੁਣਾ ਨੇ, ਮੰਗਦੇ ਹਜ਼ਾਰ ਗੁਣਾ ਨੇ। ਤੇ ਨਾਲ ਸ਼ਬਦ ਕਹਿੰਦੇ ਨੇ ਸ਼ੋਭ ਕਰੇ ਸੰਸਾਰ, ਸੰਸਾਰ ਵਿੱਚ ਸਾਡੀ ਸ਼ੋਭਾ ਦੇ ਬੋਰਡ ਜ਼ਰੂਰ ਲਾਓ। ਮੈਂ ਇੱਕ ਬੇਨਤੀ ਕਰਾਂਗਾ, ਦੇਖੋ ਸੇਵਾ ਕਰੋ ਤੁਸੀਂ, ਇਸ ਗੁਰੂ ਘਰ 'ਚ ਵੀ ਸੇਵਾਵਾਂ 10 ਦਿਨ ਮੈਨੂੰ ਵੀਰ ਜੀ ਹੋ ਰਹੀਆਂ। ਮੈਂ ਇੱਕ ਬੇਨਤੀ ਕਰਾਂਗਾ, ਅੱਜ ਤੁਸੀਂ ਦੇਖੋ ਕਿ ਇਹ ਧਰਮ ਚੁਰਸਤੇ ਦਾ ਵਪਾਰ ਨਹੀਂ। ਮੰਨ ਲਓ ਇੱਕ ਲੋੜਵੰਦ ਬੇਟੀ ਦਾ ਵਿਆਹ ਕਰ ਦਿੱਤਾ ਜੀ, ਇਹ ਕੀ ਸਾਡੀ ਕਹਾਣੀ? ਫੋਟੋਆਂ ਖਿੱਚੀਆਂ, ਤੁਸੀਂ ਸਾਰੇ ਧੀਆਂ ਵਾਲੇ ਬੈਠੇ ਹੋ, ਮੈਂ ਵੀ ਧੀਆਂ ਵਾਲਾ ਵਾਂ। ਫੋਟੋ ਖਿੱਚੀ, ਕਈਆਂ ਨੇ ਤੇ ਐਲਬਮ ਤਿਆਰ ਕੀਤੀ, ਪਕੜਿਆ ਜਹਾਜ਼ ਤੇ ਬਾਹਰਲੇ ਮੁਲਕ ਚਲੇ ਗਏ। ਇੰਨੀਆਂ ਗਰੀਬ ਲੜਕੀਆਂ ਦਾ ਵਿਆਹ ਕੀਤਾ ਜੀ। ਤੇ ਕਈ ਚਰਸਤਿਆਂ ਵਿੱਚ ਫਲੈਕਸਾਂ ਲਾਈ ਬੈਠੇ ਨੇ। ਉਹ ਬੱਚੀਆਂ ਦੇ ਫੇਰਿਆਂ ਦੀਆਂ ਫੋਟੋਆਂ। ਮੈਨੂੰ ਦੱਸੋ ਕਦੀ ਅਸੀਂ ਆਪਣੀ ਧੀ ਦੇ ਫੇਰਿਆਂ ਦੀ ਫੋਟੋ ਚਰਸਤੇ ਚ ਲਾਈ ਹੈ? ਕਦੀ ਲਾਈ ਹੈ ਕਿਸੇ ਨੇ? ਕੀ ਤੇਰਾ ਪਰਉਪਕਾਰ, ਕੀ ਤੂੰ ਦਾਨ ਪੁੰਨ ਕੀਤਾ? ਇੱਕ ਬੇਟੀ ਦਾ ਪੱਲਾ ਪਕੜਾਇਆ ਤੇ ਤੂੰ ਓਨੀ ਦੇਰ ਤੱਕ ਉਹਨੂੰ ਬਖਸ਼ਿਆ ਨਹੀਂ ਜਿੰਨੀ ਦੇਰ ਤੱਕ ਉਹਦੀ ਮੌਤ ਨਾ ਹੋਈ। ਤੂੰ ਚੁਰਸਤੇ ਵਿੱਚ ਬੋਰਡ ਲਾ ਲਾ ਕੇ ਲੋਕਾਂ ਤੋਂ ਰੁਪਈਏ ਇਕੱਠੇ ਕੀਤੇ। ਕਦੀ ਆਪਣੀ ਧੀ ਦੀ ਫੋਟੋ ਕਿਸੇ ਨੇ ਚੁਰਸਤੇ ਚ ਲਾ ਕੇ ਕੰਮ ਕੀਤਾ ਹੈ? ਇਹ ਕਾਹਦਾ ਦਾਨ ਪੁੰਨ ਹੈ? ਮੇਰੀ ਬੇਨਤੀ ਹੈ ਗੁਰਮਖੋ, ਸਿੱਖੋ। ਮੈਂ ਕਹਾਂਗਾ ਮਦਦ ਕਰੋ, ਪਰ ਇਸ ਢੰਗ ਨਾਲ ਕਰੋ ਕਿ ਦੂਜੇ ਕੰਨ ਵੀ ਪਤਾ ਨਾ ਲੱਗੇ ਤੂੰ ਕੀ ਕਰਕੇ ਆਇਆ ਹੈ। ਬੀਜ ਉਹੀ ਧਰਤੀ ਚੋਂ ਰੁੱਖ ਬਣਦਾ ਹੈ ਜਿਹੜਾ ਬੀਜਣ ਤੋਂ ਬਾਅਦ ਮਿੱਟੀ ਦੇ ਥੱਲੇ ਦਿੱਤਾ ਜਾਂਦਾ ਹੈ। ਜਿਹੜਾ ਪੱਥਰ ਤੇ ਰੱਖ ਕੇ ਉੱਤੇ ਰੱਖ ਕੇ ਮੁਜ਼ਾਰਾ ਕਰਨੇ ਆ, ਜਾਂ ਉਸ ਬੀਜ ਨੂੰ ਪੰਛੀ ਚੁਣ ਜਾਂਦੇ ਨੇ ਜਾਂ ਸੁੱਕ ਜਾਂਦਾ ਹੈ। ਕੀਤਾ ਹੋਇਆ ਦਾਨ ਪੁੰਨ ਵੀ ਉਹ ਫਲੀਪੂਤ ਹੁੰਦਾ ਜਿਹੜਾ ਸੰਤੋਖ ਦੇ ਥੱਲੇ ਦਿੱਤਾ ਜਾਂਦਾ ਹੈ। ਫਲੀਪੂਤ ਕਿੱਥੇ ਖੋਣਾ ਹੈ? ਬਾਬਾ ਜੀ ਕਹਿੰਦੇ ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਅੱਗੇ ਸਤਿਗੁਰੂ ਨੇ, ਇਹ ਤਾਂ ਧਰਮ ਨਾਲ ਰਿਲੇਟਡ ਸਨ ਨਾ ਜੀ। ਇਹਦੇ ਵਿੱਚ ਮੁਸਲਮਾਨ, ਹਿੰਦੂ, ਜੋਗੀ, ਦਾਨੀ ਆ ਗਏ। ਹੁਣ ਦੂਜੀ ਕੈਟਾਗਰੀ ਵੀ ਦੁਨੀਆ 'ਚ ਬੜੀ। ਕੱਲੇ ਸਾਰੇ ਸਿਫਤਾਂ ਕਰਨ ਵਾਲੇ ਦਾਨੀ ਪੁੰਨੀ ਤੇ ਨੇ, ਇਹ ਖਾਣ ਵਾਲੇ ਵੀ ਬੜੇ ਨੇ। ਅੱਗੇ ਮਹਾਰਾਜ ਕਹਿੰਦੇ ਨੇ ਚੋਰਾਂ, ਜਾਰਾਂ। ਇੱਥੇ ਜੱਜੇ ਨਾਲ ਪਿਆਰਿਓ, ਭਾਵੇਂ ਬਾਣੀ 'ਚ ਯਈਏ ਨਾਲ ਵੀ ਸ਼ਬਦ ਆਇਆ ਯਾਰ, ਪਰ ਅਸੀਂ ਜੱਜੇ ਨਾਲ ਹੀ ਇੱਥੇ ਪੜ੍ਹਨਾ ਹੈ। ਚੋਰਾਂ, ਇੱਕ ਦਾਨ ਕਰਦਾ, ਦੂਜਾ ਗੋਲਕ ਤੋੜਦਾ ਫਿਰਦਾ। ਇਹ ਰੱਬ ਦੇ ਬਣਾਏ ਨੇ ਨਾ। ਇੱਕ ਪਾ ਕੇ ਗਿਆ, ਦੂਜਾ ਕੱਢਣ ਆ ਗਿਆ। ਮੈਂ ਇੱਥੋਂ ਤੱਕ ਵੀ ਇੱਕ ਸੱਜਣ ਦੇਖ ਕੇ ਖਿਮਾ ਕਰਿਓ, ਉਹ ਨਾਂ ਨਹੀਂ ਮੈਂ ਲੈਣਾ, ਬੜੀ ਪੁਰਾਣੀ ਗੱਲ ਹੈ। ਉਹ ਕਿਰਚ ਨਹੀਂ ਹੁੰਦੀ, ਕਿਰਚ ਲੋਹੇ ਦੀ ਜੀ, ਆ ਕਿਰਪਾਨ ਵਰਗੀ। ਜਦੋਂ ਪ੍ਰਬੰਧਕ ਤੁਰ ਜਾਣੇ, ਉਹਨੇ ਫਿਕਸੋ ਲਾ ਕੇ ਨਾ ਇੱਕ ਵਾਰੀ ਗੋਲਕ 'ਚ ਘਮਾਣੀ, ਸਾਰੇ ਨੋਟ ਜੁੜ ਕੇ ਨਾਲ ਉੱਤੇ ਆ ਜਾਣੇ। ਦੇਖੋ ਲੋਕਾਂ ਨੇ ਠੱਗੀ ਦੇ ਤਰੀਕੇ ਬਣੇ। ਬਾਬਾ ਜੀ ਕਹਿੰਦੇ ਨੇ ਚੋਰ ਵੀ ਇੱਥੇ ਤੁਰੇ ਫਿਰਦੇ ਨੇ, ਜਾਰਦਾਰ ਤੇ ਵਿਚਾਰੀ, ਪਰਾਏ ਤਨ ਗਾਮੀ, ਵੱਧ ਫੈਲੀਆਂ ਕਰਨ ਵਾਲੇ। ਹੁਣ ਅਗਲੀ ਗੱਲ ਸੁਣਿਓ, ਚੋਰਾਂ, ਜਾਰਾਂ, ਤੈ ਤੈ ਨਹੀਂ ਤੈ ਅਤੇ ਕੂੜਿਆਰਾਂ, ਝੂਠ ਬੋਲਣ ਵਾਲੇ, ਦਿਨ ਰਾਤ ਠੱਗੀਆਂ ਮਾਰਨ ਵਾਲੇ। ਚੋਰਾਂ, ਜਾਰਾਂ, ਤੈ ਕੂੜਿਆਰਾਂ, ਖਾਰਾਬਾਂ,
ਖਰਾਬਾਂ ਦਰ ਤੇ ਖਰਾਬੀਆਂ ਕਰਨ ਵਾਲੇ, ਦੰਗਾ ਫਸਾਦ ਕਰਨ ਵਾਲੇ, ਵੇਕਾਰ ਵਕਾਰਾਂ ਵਿੱਚ ਖਚਤ ਹੋਏ, ਚੋਰ, ਵਿਵਚਾਰ, ਝੂਠਾ ਤੇ ਖਰਾਬੀਆਂ ਕਰਨ ਵਾਲੇ। ਸਤਿਗੁਰੂ ਕਹਿੰਦੇ ਨੇ ਇੱਕ ਹੋਂਦਾ ਖਾਏ ਚੱਲੇ ਐ ਥਾਉ। ਇੱਕ ਖੁੰਦਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਆਇਆ। ਭਾਈ ਸਾਹਿਬ ਬੈਠੇ ਨੇ ਗੁਰਮੁਖ ਪਿਆਰੇ ਸਾਰੇ, ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਪਾਠ ਕਰਦਿਆਂ ਖੁੰਦਾ ਤਾਂ ਆਇਆ, ਖੁੰਦਾ ਨਹੀਂ ਆਇਆ। ਇੱਥੇ ਵੀ ਪਾਠ ਹੈ ਇੱਕ ਹੋਂਦਾ ਖਾਏ ਚੱਲੇ ਐ ਥਾਉ। ਐ ਥਾਉ ਦਾ ਅਰਥ ਹੈ ਇਸ ਜਨਮ ਵਿੱਚ। ਇੱਕ ਹੋਂਦਾ ਦਾ ਅਰਥ ਹੈ ਕਈ ਆਪਣੇ ਪਿਛਲੇ ਕੀਤੇ ਹੋਏ ਪੁੰਨਾ ਕਰਕੇ ਮਾਨਵ ਦੇਹੀ ਲੈ ਲਈ। ਜੋ ਕੁਝ ਕਮਾਇਆ ਸੀ ਇਸ ਜਨਮ ਵਿੱਚ ਸਭ ਕੁਝ ਫੂਕ ਕੇ ਚਲੇ ਗਏ, ਅਗਾਂ ਕੁਝ ਕਮਾਇਆ ਹੀ ਨਹੀਂ। ਫਿਰ ਬੇਨਤੀ ਸੁਣਿਓ, ਚੋਰੀ ਕਰਨ ਵਾਲਾ, ਵਿਵਚਾਰ ਕਰਨ ਵਾਲਾ, ਠੱਗੀਆਂ ਮਾਰਨ ਵਾਲਾ, ਕਿਤੇ ਭਲੇ ਕਰਮ ਕੀਤੇ ਤੇ ਮਾਨਵ ਦੇਹੀ ਮਿਲ ਗਈ। ਪਿਆਰਿਓ, ਜਿਹੜੇ ਕੀਤੇ ਸਨ ਉਹ ਵੀ ਗਵਾ ਕੇ ਤੁਰ ਚਲਿਆ। ਜਿਹਨੂੰ ਸਤਿਗੁਰੂ ਕਹਿੰਦੇ ਨੇ ਇੱਕ ਹੋਂਦਾ ਖਾਏ ਚੱਲੇ ਐ ਥਾਉ। ਇਸ ਥਾਂ ਤੋਂ ਜੋ ਕੁਝ ਕੋਲ ਸੀ, ਜੋ ਖੁੰਦਾ ਸੁੰਦਾ ਸੀ, ਉਹ ਖਾ ਲਿਆ, ਮੁੱਕ ਗਿਆ। ਤੇ ਮਹਾਰਾਜ ਕਹਿੰਦੇ ਨੇ ਤਿੰਨਾ ਭੇ ਕਾਈ ਕਾਰ। ਤਿੰਨਾ ਭੇ, ਇੱਥੇ ਪਾਠ ਭੀ ਨਹੀਂ, ਭੱਬੇ ਨੂੰ ਸਿਹਾਰੀ ਲੱਗੀ ਹੈ। ਤਿੰਨਾ ਭੇ ਕਾਈ ਕਾਰ, ਕਹਿੰਦੇ ਨੇ ਆ ਵੀ ਕੋਈ ਕੰਮ ਕਰਨ ਵਾਲਾ। ਜੋ ਕੁਝ ਇਹ ਕਰਦੇ ਪਏ ਨੇ, ਜੋ ਕਰਕੇ ਤੁਰੇ, ਜੋ ਕੋਈ ਸੀ ਉਹ ਪੂਰਬਲੇ ਕਰਮ ਖਾ ਲੈ। ਤੇ ਮਹਾਰਾਜ ਕਹਿੰਦੇ ਨੇ ਇਹ ਕੋਈ ਕਾਰ ਨਹੀਂ ਜਿਹੜੀ ਇੱਥੇ ਕਰਕੇ ਚੱਲੇ ਨੇ। ਤਿੰਨਾ ਭੇ ਕਾਈ ਕਾਰ। ਅੱਗੇ ਫਿਰ ਸਤਿਗੁਰੂ ਕਹਿੰਦੇ ਨੇ ਜਲ, ਥਲ, ਜੀਆਂ, ਪੁਰੀਆਂ, ਲੋਵਾਂ, ਆਕਾਰਾਂ, ਆਕਾਰ। ਅੱਗੇ ਦੇਖੋ ਕਿਸੇ ਸੁਰਤ ਸਾਡੀ ਚੁੱਕੀ। ਧਰਮ ਦੇ ਗੱਲ ਸ਼ੁਰੂ ਕੀਤੀ ਸ਼ਰ੍ਹਾ ਤੋਂ, ਮੁਸਲਮਾਨ, ਜੋਗੀ, ਹਿੰਦੂ, ਦਾਨੀ, ਵਿਵਚਾਰੀਆਂ ਦਾ ਜ਼ਿਕਰ ਕਰਕੇ ਕਹਿਣ ਲੱਗੇ ਪਾਣੀ 'ਚ ਝਾਤੀ ਮਾਰੋ, ਜੀਵ ਇਹਦੇ ਵਿੱਚ ਵੀ ਪੈਦਾ ਕੀਤੇ। ਤੁਸੀਂ ਥਲ ਵਿੱਚ ਧਾਤੀ ਮਾਰੋ, ਟਿੱਬਿਆਂ 'ਚ ਰੇਤ ਥੱਲੇ ਵੀ ਉਹਨੇ ਜੀਵ ਪੈਦਾ ਕੀਤੇ। ਉਹਨੇ ਪੁਰੀਆਂ ਦੀਆਂ ਪੁਰੀਆਂ ਬਣਾਈਆਂ, ਆਕਾਰਾਂ ਦੇ ਆਕਾਰ ਬਣਾਏ। ਮਹਾਰਾਜ ਕਹਿੰਦੇ ਨੇ ਓਏ ਜੇ ਆਖੇ ਪਾਣੀ ਵਿੱਚ ਰਹਿਣ ਵਾਲਾ ਜੀਵ ਜੋ ਕੁਝ ਅੰਦਰ ਫੁਰਨੇ ਬਣਾਉਂਦਾ ਤੂੰ ਉਹਨੂੰ ਵੀ ਜਾਣਨਾ ਹੈ। ਓਏ ਜਿਹੜੇ ਉਹ ਆਖਦੇ ਨੇ ਥਲ ਵਿੱਚ ਰਹਿਣ ਵਾਲੇ ਜੀਵਾਂ ਨੂੰ ਵੀ ਜਾਣਨਾ, ਅਸਮਾਨ ਵਿੱਚ ਉੱਡਣ ਵਾਲੇ ਪਰੰਦਿਆਂ ਨੂੰ ਵੀ ਜਾਣਨਾ। ਮਹਾਰਾਜ ਕਹਿੰਦੇ ਨੇ ਓਏ ਜੇ ਆਖੇ, ਪਰ ਇੱਥੇ ਕੇਵਲ ਇਸ ਧਰਤੀ ਦੇ ਜੀਵ ਨਾ ਮੰਨਿਓ, ਆਪਾਂ ਇਕੱਲੇ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਸ ਧਰਤੀ ਤੇ ਅਸੀਂ ਰਹਿ ਰਹੇ ਹਾਂ, ਇਹੋ ਜਿਹੀਆਂ ਪਤਾ ਨਹੀਂ ਵਾਹਿਗੁਰੂ ਨੇ ਕਿੰਨੀਆਂ ਕੁ ਧਰਤੀਆਂ ਬਣਾਈਆਂ ਨੇ, ਕਿੰਨੇ ਕੁ ਜੀਵ ਨੇ, ਕੇਤੀਆਂ ਕਰਮ ਭੂਮੀ ਮਿਹਰ ਕੇਤੇ। ਸਤਿਗੁਰੂ ਕਹਿੰਦੇ ਨੇ ਓਏ ਜੇ ਆਖਾਂ ਜਿਹੜੇ ਪਾਣੀ 'ਚ ਨੇ, ਥਲ ਵਿੱਚ ਨੇ, ਰੇਤੇ ਵਿੱਚ ਨੇ, ਜੰਗਲਾਂ ਵਿੱਚ ਨੇ, ਪੁਲਾੜ ਵਿੱਚ ਨੇ, ਮੰਨ ਲਓ ਜਿਹੜੇ ਕਿਸੇ ਹੋਰ ਗ੍ਰਹਿ ਤੇ ਵੀ ਰਹਿੰਦੇ, ਉਹ ਜਿੰਨੇ ਵੀ ਜੀਵ ਨੇ ਜੋ ਕੁਝ ਆਖਦੇ ਨੇ ਤੂੰ ਉਹਨਾਂ ਦੇ ਅੰਦਰ ਨੂੰ ਜਾਣਨਾ ਹੈ। ਓਏ ਜੇ ਆਖਾਂ ਉਹ ਜੋ ਕੁਝ ਬੋਲ ਰਹੇ ਨੇ, ਮਹਾਰਾਜ ਕਹਿੰਦੇ ਨੇ ਸੋ ਤੂੰ ਹੈ ਜਾਣੇ, ਉਹ ਤੂੰ ਚੰਗੀ ਤਰ੍ਹਾਂ ਜਾਣਨਾ ਹੈ। ਤਿੰਨਾ ਭੇ ਤੇਰੀ ਸਾਰ। ਮੇਰੇ ਵਾਹਿਗੁਰੂ ਜੀ, ਜਿਹੜੇ ਨਹੀਂ ਬੋਲਦੇ ਉਹਨਾਂ ਦੀ ਸਾਰ ਵੀ ਤੂੰ ਲੈਣਾ ਹੈ। ਇੱਥੋਂ ਤੱਕ ਸਿਰਫ ਮੈਂ 5 ਗੱਲਾਂ ਕੀਤੀਆਂ ਨੇ, ਸ਼ਰੀਅਤ ਦੀਆਂ, ਹਿੰਦੂਇਜ਼ਮ ਦੀ, ਜੋਗੀਆਂ ਦੀਆਂ। ਪਰ ਇਸ ਵਿਚਾਰ ਨੂੰ ਸਵੇਰ ਦੇ ਦੀਵਾਨ ਵਿੱਚ ਫਿਰ ਲੜੀ ਅੱਗੇ ਤੋਰਾਂਗਾ, ਕਿਉਂਕਿ ਇਸ ਤੋਂ ਬਿਨਾਂ 3 ਦੀਵਾਨ ਹੋਰ ਨੇ, ਤੇ ਇਹਨਾਂ 3 ਦੀਵਾਨਾਂ 'ਚ ਮੈਂ ਯਤਨ ਕਰਾਂਗਾ ਪੌੜੀ ਮੁਕੰਮਲ ਹੋ ਜਾਏ। ਕਿਉਂਕਿ ਸਵੇਰੇ ਗੁਰਦੇਵ ਕਹਿਣਗੇ ਜਿਹੜੇ ਰੱਬ ਨੂੰ ਇਸ਼ਕ ਕਰਨ ਵਾਲੇ ਨੇ ਉਹ ਸ਼ਰ੍ਹਾ ਦੇ ਝਗੜੇ 'ਚ ਨਹੀਂ ਪੈਂਦੇ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਸਦਾ ਆਨੰਦ ਰਹੇ ਗੁਣ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਉਹ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ। ਪਰ ਇਸ ਸ਼ਲੋਕ ਦਾ ਤੱਤ ਭਾਵ ਜੋ ਹੈ ਉਹ ਸੁਬਾਹ ਦੇ ਦੀਵਾਨ ਵਿੱਚ ਸਵੇਰੇ ਟਾਈਮ ਭਾਈ ਸਾਹਿਬ 7:30 ਕਹਿੰਦੇ ਨੇ ਮੈਂ ਆਵਾਂਗਾ 8 ਵਜੇ। ਕਿਉਂ ਮੈਂ ਸੱਚੀ ਗੱਲ ਤਾਂ ਕਹਿੰਦਾ ਵੀ ਮੈਂ ਸਵੇਰ ਦਾ ਚੱਲਿਆ। ਅੱਜ ਪਹਿਲਾਂ ਜਲੰਧਰ ਕਥਾ ਕੀਤੀ, ਟੀਮਾਂ ਲੜਦੇ ਪੈਂਦਾ ਮੇਰੇ ਨਾਲ, ਬਸ ਧੱਕੇ ਨਾਲ ਪ੍ਰੋਗਰਾਮ ਬਣਾ ਲੈਂਦਾ। ਮੈਨੂੰ ਪਤਾ ਨਹੀਂ ਹੁੰਦਾ ਵੀ ਇੰਨੇ ਦਿਨ ਆਉਣਾ ਹੀ ਆਉਣਾ। ਚਲੋ ਪਿਆਰ ਕਰਦਾ ਜੀ, ਖਿੱਚ ਕਰਦਾ, ਪਰ ਮੈਂ ਕਾਫੀ ਥੱਕਿਆ ਮੈਂ ਕਈ ਦਿਨਾਂ ਦਾ। ਜੇ ਆਰਾਮ ਕਰਾਂਗਾ ਕੱਲ ਨੂੰ ਫਿਰ ਦਿਨੇ ਆਰਾਮ ਮਿਲੇਗਾ। ਸਵੇਰੇ ਤੁਸੀਂ ਕਿਰਪਾ ਕਰਿਓ 7:30 ਵਜੇ ਮੈਂ ਯਤਨ ਕਰਾਂਗਾ ਮੈਂ ਇਹ ਪਹੁੰਚਾਂ, ਕੀਰਤਨ ਸੁਣੀਏ। ਪਰ ਇਸ ਲੜੀ ਨੂੰ 3 ਦੀਵਾਨ ਚੇਤੇ ਰੱਖੋਗੇ ਤਾਂ ਲੜੀ ਦੀ ਸਮਝ ਪੈਣੀ। ਮੈਂ ਜੋ ਅਰਜ਼ ਕੀਤੀ ਹੈ ਅੱਜ ਦੇ ਦੀਵਾਨ 'ਚ,
ਇਹਨੂੰ ਕੱਲ ਫਿਰ ਅਸੀਂ ਸੰਖੇਪ ਚ ਵਾਚਾਂਗੇ। ਧਰਮ ਦੇ ਚਿੰਨ੍ਹਾਂ ਤੇ ਨਾ ਲੜ। ਇਹ ਨਾ ਕਹਿ ਮੈਂ ਚੰਗਾ ਵਾਂ ਦੂਜਾ ਮਾੜਾ ਹੈ। ਨਹੀਂ ਨਹੀਂ, ਸਮਝ ਓਏ ਦਿਉਰਾ ਮਸੀਤ सोई पूजा और नवाज वही मान सब एक पै अनेक को परमाऊ है। कोई बोले राम राम कोई खुदाए कोई सेवें गुसैया कोई अल्लाह। ये आप सुबह विचारांगे लड़ी इस नूं। सब का धन्नवाद जी। तो जो भाई साहब ने कहा मैं अगे भी कहा सी भी मैनू थां जिहड़ा है पूरा जिहा साडे कोल बिल्कुल इन्ना थां नहीं ज़्यादा, तो जिन्नी तुहाडे संगत इत्थे हाल भी वड्डा ही होना चाहिए। सतगुरु किरपा करे तुसीं इन्हां दा सहयोग करो, दाता इस हाल नूं होर वड्डियां कर सकण। वाहिगुरू जी का खालसा वाहिगुरू।